हमला कर लो, पर ऐस रस्ते भी लंघन नहीं किसी को। वजीर ने सतगुरां दा रूप देखिया, सतगुरां दे चेहरे के उपर जलाल देखिया, हैरान होया, वापस मुड़दा पिया। वापस जांदियां होया महाराज की ताकत देखदा जांदा भी किन्ने को सूरमे तैयार ने, फौज की गिनती कितनी को है, हथियार किन्ने को तैयार ने। ये सारा कुछ वापस जाता होया वेखदा पिया, नोट करदा पिया। आओ मन दे ध्यान नूं टकाइए, अगला इतिहास श्रवण करिए, मिल के आखिए सतनाम श्री वाहिगुरु साहिब जी। सो जदों ये वजीर वापस जा रहा ते रस्ते विच महाराज दा किला है, किले दे कोल दी लंघिया ते की वेखदा भी किले दे विच बहुता प्रकाश हो रहा, बहुता चानण हो रहा है। थल थल फिरे सुचेती थपै, किले दे अंदर ते बाहर महाराज दे सूरमे बड़े सुचेत हो के, सावधान हो के थावां थावां ते खड़े हुए हन। बस्यो नगर बहु विचरत मान, अगे जाके की वेखदा है, बड़ा सोहना नगर वसिया होया। इस नगर दे विच कई लोग जिहड़े ने आपो अपना कामकार कर रहे हन। निज व्यवहार करत हित ठान, आपो अपना व्यवहार व्यापार करते पे, कोई दुकान खोल के बैठा, इसे तरह कोई अपने हथां दी मेहनत करदा पिया, कोई कुछ करता है, कोई किसे काम लगा होया। ये वजीर जांदा होया सारियां नूं इस तरह वेखदा पिया है। इस बहर कमजों लग दूरी, इस तरह बाहर निकल के औंधा साहब तो थोड़ी दूर तक के वजीर चल के गया है। उपवन पिक्यो रचन दिस दूरी, चलदियां की वेखदा रस्ते विच एक बड़ा सोहना बाग भी है, ते बाग दी शोभा जिहड़ी है गुरु को बहुत सोहनी है। नाना जात तरोवर खरे, ये वजीर वेखदा जांदा भी इन्ने ठाठ महाराज दियां, सूरमे भी सावधान ने, असला गोली सिक्का भी तैयार है, किला भी महाराज का तैयार है, अगे हुणे बाग भी तैयार है। बाग नूं जिस वेले इसने लिखिया है सुमस खरे सुमन खबरे, ਇਹਦੇ ਉੱਪਰ ਬਾਗ ਦੇ ਵਿੱਚ ਕਹਿਣ ਲੱਗੇ ਵੀ ਸੁਮਨ ਤੋਂ ਭਾਵ ਹੁੰਦਾ ਫੁੱਲ, ਕਹਿਣ ਲੱਗੇ ਬੜੇ ਫੁੱਲ ਖਿੜੇ ਹੋਏ, ਅਤੇ ਸੁਗਰ ਰਹਿ ਕਹਿਣ ਲੱਗੇ ਵੀ ਜਿਹੜੇ ਪੰਛੀ ਨੇ ਇਹਨਾਂ ਦੇ ਉੱਪਰ ਬੜਾ ਸੋਹਣਾ ਚਹਿਕਦੇ ਨੇ, ਬੜਾ ਸੋਹਣਾ ਬੋਲਦੇ ਸੁਣਾਈ ਦਿੰਦੇ ਹਨ। ਸੰਗੀ ਮਨੁੱਖਾਂ ਸੰਗ ਬਖਾਨਾ, ਜਿਹੜੇ ਨਾਲ ਤੁਰੇ ਜਾਂਦੇ ਸੀ ਨਾ ਵਜ਼ੀਰ ਦੇ, ਤੇ ਵਜ਼ੀਰ ਉਹਨਾਂ ਦੇ ਨਾਲ ਫਿਰ ਇਸ ਤਰ੍ਹਾਂ ਸਲਾਹ ਕਰਨ ਲੱਗਾ ਹੈ। ਹੋਰ ਪ੍ਰਤਾਪ ਤੁਮ ਵਿਖੋ ਮਹਾਨਾ, ਕਹਿਣ ਲੱਗਾ ਵੇਖੋ ਭਾਈ ਗੁਰੂ ਦਾ ਪ੍ਰਤਾਪ। ਆਪਾਂ ਤੇ ਸੋਚਦੇ ਸੀ ਵੀ ਮਹਾਰਾਜ ਕਿਲਾ ਛੱਡ ਕੇ ਤੇ ਥਾਂ ਛੱਡ ਕੇ ਕਿਤੇ ਅੱਗੇ ਪਿੱਛੇ ਨੱਠ ਜਾਣ, ਭੱਜ ਜਾਣ। ਮਹਾਰਾਜ ਤੇ ਕਿਲਾ ਵੀ ਬਣਾਈ ਬੈਠੇ ਤੇ ਬਾਗ ਵੀ ਸੋਹਣਾ ਲਾਇਆ ਹੋਇਆ ਹੈ। ਆਨੰਦਪੁਰ ਤੇ ਇਤ ਆਏ, ਸਤਿਗੁਰੂ ਅਨੰਦਪੁਰ ਸਾਹਿਬ ਤੋਂ ਚੜ ਕੇ ਇਸ ਪਾਸੇ ਆਏ ਹਨ। ਫਿਰ ਕਾਨਨ ਮਹਿ ਨਗਰ ਵਸਾਏ, ਦੇਖੋ ਮਹਾਰਾਜ ਨੇ ਪਹਾੜਾਂ ਦੇ ਵਿੱਚ ਤੇ ਜੰਗਲ ਦੇ ਵਿੱਚ ਕਿੰਨਾ ਸੋਹਣਾ ਪਿੰਡ ਵਸਾ ਦਿੱਤਾ। ਵਜ਼ੀਰ ਕਹਿ ਰਿਹਾ ਮਹਾਰਾਜ ਦੀ ਐਸੀ ਬਣਤਰ ਦੇਖ ਕੇ, ਐਸਾ ਸੋਹਣਾ ਕੰਮ ਵੇਖ ਕੇ ਵਜ਼ੀਰ ਆਖਦਾ ਪਿਆ, ਕਹਿਣ ਲੱਗਾ ਵੇਖੋ ਮਹਾਰਾਜ ਨੇ ਕਿੰਨਾ ਸੋਹਣਾ ਪਹਾੜਾਂ ਵਿੱਚ ਨਗਰ ਵਸਾ ਦਿੱਤਾ ਹੈ। ਥੋੜੇ ਦਿਵਸਨ ਮਹਿ ਅਸ ਰਚਨਾ, ਇਹੋ ਜੀ ਰਚਨਾ ਥੋੜੇ ਜਿਹੇ ਦਿਨਾਂ ਵਿੱਚ ਮਹਾਰਾਜ ਨੇ ਕੋਈ ਬਹੁਤੇ ਦਿਨ ਵੀ ਨਹੀਂ ਲਾਏ ਤੇ ਥੋੜੇ ਦਿਨਾਂ ਵਿੱਚ ਇੰਨੀ ਸੁੰਦਰ ਰਚਨਾ ਬਣਾ ਦਿੱਤੀ ਹੈ। ਨਵ ਸਮਾਜ ਭਇਓ ਬੜ ਸਚਨਾ, ਤੇ ਇੱਥੇ ਵੇਖੋ ਕਿੰਨੇ ਮਨੁੱਖ ਨੇ, ਕਿੰਨਾ ਸਾਜੋ ਸਮਾਨ, ਕੈਸੀਆਂ ਰੌਣਕਾਂ ਮਹਾਰਾਜ ਨੇ ਲਾਈਆਂ ਹਨ। ਬ੍ਰਿੰਦ ਬਾਹਿਨੀ ਜਹ ਕਹਿ ਸ਼ਾਹੀ, ਕਿਤੇ ਕਿਤੇ ਮਹਾਰਾਜ ਦੀਆਂ ਦੀ ਵੱਡੀ ਫੌਜ ਬੈਠੀ ਹੋਈ ਦਿਖਾਈ ਦਿੰਦੀ ਹੈ। ਸ੍ਰੀ ਜਮਨਾ ਤਟ ਸੁੰਦਰ ਥਾਈ, ਤੇ ਜਮਨਾ ਦੇ ਕਿਨਾਰੇ ਤੋੜ ਤੱਕ ਮਹਾਰਾਜ ਦੇ ਸੂਰਮੇ ਜਿਹੜੇ ਸਨ ਆਪੋ ਆਪਣੇ ਟਿਕਾਣੇ ਕਰਕੇ ਬੈਠੇ ਹਨ। ਕਰ ਚਲ ਜਾਵਤ, ਇਹਨੇ ਵੀ ਇਸ ਤਰ੍ਹਾਂ ਕੀ ਗੱਲਾਂ ਬਾਤਾਂ ਕਰਦਾ ਜਿਹੜਾ ਵਜ਼ੀਰ ਆਇਆ ਸੀ ਨਾ, ਕੱਲ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ ਵੀ ਵਜ਼ੀਰ ਇੱਕ ਤੇ ਰਸਤਾ ਲੈਣ ਵਾਸਤੇ ਆਇਆ, ਲੰਘਣ ਵਾਸਤੇ, ਤੇ ਇੱਕ ਭੇਦ ਲੈਣ ਵਾਸਤੇ ਆਇਆ। ਰਸਤਾ ਤੇ ਮਿਲਿਆ ਨਹੀਂ, ਪਰ ਹੁਣ ਜਾਂਦਾ ਜਾਂਦਾ ਭੇਦ ਲੈਂਦਾ ਪਿਆ, ਫੌਜ ਕਿੰਨੀ ਆ ਬੈਠੇ, ਕਿੱਥੇ ਕਿੱਥੇ ਕੀ ਕੀ ਕਰਦੇ ਪਏ। ਇਹ ਸਾਰਾ ਕੁਝ ਵੇਖ ਕੇ ਵਾਪਸ ਤੁਰਿਆ ਜਾਂਦਾ ਹੈ। ਸਤਿਗੁਰ ਕੀਰਤ ਸਭਨ ਸੁਨਾਵਤ, ਸਤਿਗੁਰਾਂ ਦੀ ਵਡਿਆਈ ਕਰਦਾ ਜਾਂਦਾ ਵੀ ਵੇਖੋ ਮਹਾਰਾਜ ਨੇ ਕੈਸੇ ਰੰਗ ਭਾਗ ਲਾਏ ਹਨ। ਪਹੁੰਚਿਓ ਸੈਲ ਪਤਨ ਜਹ ਡੇਰਾ, ਕਹਿਣ ਲੱਗੇ ਵੀ ਇਸ ਤਰ੍ਹਾਂ ਗੁਰੂ ਕੋ ਇਹ ਵਜ਼ੀਰ ਨਾ ਸਾਰਾ ਕੁਝ ਮਹਾਰਾਜ ਦੇ ਕਿਲੇ ਵੇਖ ਲੈ, ਫੌਜਾਂ ਵੇਖ ਲਈਆਂ, ਸ਼ਹਿਰ ਵੇਖ ਲਿਆ, ਲੋਕ ਵੇਖ ਲੈ,
ਹੁਣੇ ਪਹੁੰਚ ਗਿਆ ਜਿੱਥੇ ਪਹਾੜੀ ਰਾਜੇ ਬੈਠੇ ਸਨ ਉਹਨਾਂ ਦੇ ਕੋਲ ਪਹੁੰਚਿਆ ਹੈ। ਸਭ ਹਨ ਹਿਰਦੈ ਸੰਦੇਹ ਬਡੇਰਾ। ਸਾਰਿਆਂ ਦੇ ਮਨ ਵਿੱਚ ਬੜਾ ਸੰਦੇਹ ਹੈ, ਬੜਾ ਸ਼ੰਕਾ, ਬੜਾ ਭਰਮ ਇਹਨਾਂ ਦੇ ਮਨ ਵਿੱਚ ਪਿਆ ਹੋਇਆ ਹੈ। ਅੰਗੀ ਧਰਮਕ ਦੇਹ ਕਿ ਨਹੀਂ। ਇਹ ਸੋਚਦੇ ਪਏ ਸਨ ਪਹਾੜੀਏ ਰਾਜੇ ਵੀ ਮਹਾਰਾਜ ਰਸਤਾ ਦੇਣਗੇ ਕਿ ਨਹੀਂ ਦੇਣਗੇ, ਕਿਉਂਕਿ ਇਹ ਗੱਲ ਕੋਈ ਤੈਅ ਨਹੀਂ ਹੈ। ਪਤਾ ਇਹਨਾਂ ਨੂੰ ਵੀ ਮਹਾਰਾਜ ਡਰਨ ਵਾਲੇ ਨਹੀਂ ਕਿਸੇ ਨੂੰ। ਸੋਚਦੇ ਪਏ ਸਨ ਵੀ ਪਤਾ ਨਹੀਂ ਮਹਾਰਾਜ ਮੰਨਣ ਵਾਸਤੇ ਰਸਤਾ ਦਿੰਦੇ ਹਨ ਜਾਂ ਨਹੀਂ ਦਿੰਦੇ ਹਨ। ਵਿਸਾਲ ਕੋ ਸੁੰਦਰ ਪਾਹੀ। ਇਹ ਵੀ ਇਹਨਾਂ ਨੇ ਸੁਣਿਆ ਕਿ ਮਹਾਰਾਜ ਕੋਈ ਬੜੀ ਵੱਡੀ ਫੌਜ ਹੈ ਤੇ ਵੱਡੀ ਫੌਜ ਦਾ ਸੁਣਨਾ ਕਰਕੇ ਬੜੇ ਮਨ ਵਿੱਚ ਭਰੇ ਹੋਏ ਹਨ। ਇਹ ਕਹਿ ਗੁਰੂ ਪਰ ਵੀਰ। ਤੇ ਕੁਝ ਪਹਾੜੀਏ ਰਾਜੇ ਕਹਿ ਰਹੇ ਸਨ ਵੀ ਮਹਾਰਾਜ ਬੜੇ ਵੱਡੇ ਸੂਰਮੇ ਹਨ ਕਿ ਮੋਨਾ ਉਲੰਘਣ ਦੇ ਵਹੀ। ਮਹਾਰਾਜ ਸਾਨੂੰ ਲੰਘਣ ਨਹੀਂ ਦੇਣਗੇ। ਕਈਆਂ ਨੂੰ ਪਤਾ ਸੀ ਮਹਾਰਾਜ ਦੇ ਸੁਭਾਅ ਦਾ ਵੀ ਮਹਾਰਾਜ ਵੱਡੀ ਫੌਜ ਲੈ ਕੇ ਬੈਠੇ ਨੇ ਤੇ ਉਹਨਾਂ ਨੇ ਸਾਨੂੰ ਇੱਥੋਂ ਲੰਘਣ ਨਹੀਂ ਦੇਣਾ ਹੈ। ਨਿਰਭੈ ਰਹਿਤ ਹੈ ਜੀ ਬੜ ਜੋਦਾ। ਤੇ ਕਈ ਰਾਜੇ ਜਾਣਦੇ ਨੇ ਵੀ ਮਹਾਰਾਜ ਦੇ ਡਰ ਨੇ, ਉਹ ਕਿਸੇ ਕੋਲੋਂ ਡਰਦੇ ਨਹੀਂ, ਨਿਰਭੈਤਾ ਦੇ ਵਿੱਚ ਰਹਿੰਦੇ ਹਨ। ਕਿਨਹ ਨ ਬਹੁਤ ਕਰੈ ਰਣ ਕ੍ਰੋਧਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਜੰਗ ਕਰਦੇ ਨੇ ਕੋਈ ਗਿਣ ਨਹੀਂ ਸਕਦਾ ਵੀ ਮਹਾਰਾਜ ਕਿੰਨੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਨੇ। ਜਦੋਂ ਮਹਾਰਾਜ ਦੇ ਸ਼ਸਤਰ ਚੱਲਦੇ ਨੇ ਉਸ ਵੇਲੇ ਗਿਣਤੀ ਕਰਨੀ ਔਖੀ ਹੋ ਜਾਂਦੀ ਹੈ। ਔਰ ਦਿਲ ਕੋ ਘਰ ਉਪਰ ਮੱਗ ਕੇ। ਤੇ ਫਿਰ ਦੂਜੀ ਗੱਲ ਇਹ ਹੈ ਵੀ ਸਤਿਗੁਰੂ ਪਹਿਲਾਂ ਹੀ ਉੱਥੇ ਬੈਠੇ ਜਿੱਥੋਂ ਲੰਘ ਕੇ ਜਾਣਾ ਹੈ। ਸਤਿਗੁਰੂ ਤੇ ਪਹਿਲਾਂ ਉੱਥੇ ਆਪਣਾ ਘਰ ਬਣਾ ਕੇ ਰਸਤੇ ਵਿੱਚ ਬੈਠੇ ਹਨ। ਕਹੇ ਨਿਰਪਨ ਕੇ ਤਜਨ ਭਗ ਤੇ ਕੇ। ਸਤਿਗੁਰੂ ਪਾਤਸ਼ਾਹ ਜੀ ਰਾਜਿਆਂ ਦੇ ਕਹਿਣ ਕਰਕੇ ਭੱਜ ਕੇ ਆਪਣਾ ਟਿਕਾਣਾ ਨਹੀਂ ਛੱਡਣਗੇ। ਰਾਜਿਆਂ ਨੇ ਪਹਿਲਾਂ ਆਖਿਆ ਸੀ ਵੀ ਹੋ ਸਕਦਾ ਮਹਾਰਾਜ ਨੂੰ ਡਰਾਵਾ ਦਈਏ ਤੇ ਸਤਿਗੁਰੂ ਡਰ ਕੇ ਕਿਤੇ ਪਾਸੇ ਹੋਰ ਪਾਸੇ ਭੱਜ ਜਾਣਗੇ। ਪਰ ਕੁਝ ਰਾਜੇ ਇੱਥੇ ਸੁਨੇਹਾ ਹਲੇ ਆਇਆ ਨਹੀਂ ਵਜ਼ੀਰ ਲੈ ਕੇ, ਪਰ ਕੁਝ ਰਾਜੇ ਪਹਿਲਾਂ ਗੱਲਾਂ ਕਰਦੇ ਪਏ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਦਾਨ ਛੱਡ ਕੇ ਭੱਜਣ ਵਾਲਿਆਂ ਚੋਂ ਨਹੀਂ। ਮੈਦਾਨ ਛੱਡਣਾ ਤੇ ਦੂਰ ਦੀ ਗੱਲ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਸਤਿਗੁਰਾਂ ਨੇ ਸਾਨੂੰ ਇੱਥੋਂ ਲੰਘਣ ਨਹੀਂ ਦੇਣਾ ਹੈ। ਸ਼ਸਤਰ ਧਾਰਿਆਂ ਮੈਂ ਆਪ ਸ੍ਰੇਸ਼ਟ। ਸ਼ਸਤਰ ਧਾਰਨ ਵਾਲਿਆਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਜੇ ਸ਼ਸਤਰ ਸਜਾਏ ਨੇ ਤੇ ਵਾਕਿਆ ਹੀ ਉਹਨਾਂ ਨੇ ਸਜਾਏ ਨੇ ਜੰਗ ਲੜਨ ਵਾਸਤੇ, ਰਨ ਕਰਨ ਵਾਸਤੇ ਸ਼ਸਤਰ ਉਹਨਾਂ ਨੇ ਸਜਾਏ ਹਨ। ਦੇਖ ਦੇਖ ਕੇ ਧਨੀ ਸੁਜੇਸ। ਤੇ ਸਤਿਗੁਰੂ ਪਾਤਸ਼ਾਹ ਜੀ ਦੇਖਦੇ ਤੇ ਦੇਖਦੇ ਬਹੁਤ ਵੱਡੇ ਧਨੀ ਹਨ, ਉਹਨਾਂ ਵਰਗਾ ਕੋਈ ਨਹੀਂ ਹੈ। ਪਿਆਰ ਬੋਲਤ ਮਿਲ ਕਰਕੇ। ਇਸ ਤਰ੍ਹਾਂ ਕਹਿਣ ਲੱਗੇ ਵੀ ਇਹ ਰਾਜੇ ਆਪਸ ਵਿੱਚ ਗੱਲਾਂ ਕਰਦੇ ਸਨ। ਕੁਝ ਰਾਜੇ ਕਹਿ ਰਹੇ ਸਨ ਵੀ ਜੋ ਮਰਜ਼ੀ ਹੋ ਜਾਵੇ ਮਹਾਰਾਜ ਨੇ ਸਾਨੂੰ ਲੰਘਣ ਨਹੀਂ ਦੇਣਾ। ਤੇ ਕੁਝ ਆਖ ਰਹੇ ਸਨ ਵੀ ਮਹਾਰਾਜ ਹੈ ਬੜੇ ਵੱਡੇ ਸੂਰਮੇ, ਉਹ ਡਰਨ ਵਾਲੇ ਵੀ ਨਹੀਂ। ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰਦੇ ਹਨ। ਮਨ ਪਰਬਤੀ ਸੰਸੈ ਧਰਕੈ। ਤੇ ਕਹਿਣ ਲੱਗੇ ਵੀ ਪਰਬਤੀ ਪਹਾੜੀਏ ਜਿਹੜੇ ਰਾਜੇ ਦੇ ਨਾ ਮਨ ਵਿੱਚ ਸੰਸਾ ਭਰਮ ਪਿਆ ਹੋਇਆ, ਪਤਾ ਨਹੀਂ ਵੀ ਮਹਾਰਾਜ ਬਚਨ ਮੰਨ ਲੈਣਗੇ ਕਿ ਨਹੀਂ ਮੰਨਦੇ ਹਨ। ਉਤਨੇ ਮਹਿ ਵਜ਼ੀਰ ਚਲਿਆ। ਅਜੇ ਗੱਲਾਂ ਬਾਤਾਂ ਕਰਦੇ ਹੀ ਪਏ। ਇੰਨੇ ਜਿਹੇ ਨੂੰ ਜਿਹੜਾ ਵਜ਼ੀਰ ਗਿਆ ਨਾ ਮਹਾਰਾਜ ਦੇ ਵੱਲੋਂ ਵਾਪਸ, ਤੇ ਇਹ ਵੀ ਉਹਨਾਂ ਪਹਾੜੀ ਰਾਜਿਆਂ ਵਿੱਚ ਜਾ ਕੇ ਪਹੁੰਚ ਗਿਆ ਹੈ। ਹੋਰ ਬਚ ਸੁਣ ਦੇ ਦਿਲ ਕੁੰਡਾ। ਕਹਿਣ ਲੱਗੇ ਵੀ ਵਜ਼ੀਰ ਹਾਲੇ ਪਹੁੰਚਿਆ ਹੀ ਹੈ। ਇਹ ਬੜੀ ਛੇਤੀ ਨੱਠ ਕੇ ਭੱਜ ਕੇ ਸਾਰੇ ਰਾਜੇ ਉਹਦੇ ਕੋਲ ਆ ਗਏ। ਉਮੜ ਕੇ ਇੱਕ ਵਾਰੀ ਆ ਗਏ ਵੀ ਛੇਤੀ ਦੱਸ ਵੀ ਮਹਾਰਾਜ ਨੇ ਕੀ ਆਖਿਆ। ਇਹ ਗੱਲ ਸੁਣਨ ਵਾਸਤੇ ਪਹਾੜੀਏ ਇੱਕਦਮ ਬੜੀ ਫੁਰਤੀ ਦੇ ਨਾਲ ਇਸ ਵਜ਼ੀਰ ਦੇ ਕੋਲ ਆ ਕੇ ਪਹੁੰਚੇ ਹਨ। ਵੀਰੋ ਕਿ ਨਹੀਂ ਪੰਥ ਹਿਤ ਜਾਣੇ। ਇਹਨਾਂ ਨੇ ਆਉਂਦੇ ਸਵਾਲ ਕੀਤਾ ਵੀ ਮਹਾਰਾਜ ਨੇ ਰਸਤਾ ਦਿੱਤਾ ਹੈ ਕਿ ਨਹੀਂ ਦਿੱਤਾ। ਸਾਨੂੰ ਬਸ ਹਾਂ ਤੇ ਨਾ ਦੇ ਵਿੱਚ ਜਵਾਬ ਦਿਓ ਵੀ ਸਤਿਗੁਰੂ ਲੰਘਣ ਵਾਸਤੇ ਜਾਣ ਵਾਸਤੇ ਰਸਤਾ ਸਾਨੂੰ ਦਿੱਤਾ ਹੈ ਜਾਂ ਨਹੀਂ ਦਿੱਤਾ ਹੈ। ਲੜਾਈ ਕਿ ਨਹੀਂ ਮੇਰ ਕੋ ਠਾਣਾ। ਤੇ ਸਤਿਗੁਰੂ ਜੰਗ ਕਰਨਗੇ ਜਾਂ ਨਹੀਂ ਕਰਨਗੇ। ਜੰਗ ਕਰਨਗੇ ਕਿ ਸਾਡੇ ਨਾਲ ਮੇਲ ਕਰਨਗੇ। ਕੀ ਆਖਿਆ ਮਹਾਰਾਜ ਜੀਆਂ ਨੇ ਇਹ ਸਾਨੂੰ ਦੱਸ ਦਿਓ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਜਿਹੜੇ ਰਾਜੇ ਨੇ ਨਾ ਇਹ ਪੁੱਛਦੇ ਪਏ ਇਸ ਵਜ਼ੀਰ ਨੂੰ ਵੀ ਮਹਾਰਾਜ ਕੀ ਕਹਿੰਦੇ ਹਨ। ਦੋਹਰਾ ਭੀਮ ਚੰਦ ਸੁਧ ਗੁਰੂ ਕੀ ਕਰਤ ਪ੍ਰਤੀ ਖਨ ਚੀਤ। ਭੀਮ ਚੰਦ ਨੂੰ ਜਿਆਦੀ ਉਡੀਕ ਲੱਗੀ ਹੈ। ਉਡੀਕਦੇ ਤੇ ਸਾਰੇ ਹੀ ਪਏ, ਪਰ ਭੀਮ ਚੰਦ ਦੇ ਪੁੱਤਰ ਦਾ ਵਿਆਹ ਹੈ, ਉਹਨੂੰ ਤਲਕਲੀ ਜਿਆਦੀ ਮੱਚੀ ਹੋਈ ਹੈ। ਉਹਨੂੰ ਜਿਆਦੀ ਹੋੜ ਲੱਗੀ ਹੈ ਵੀ ਛੇਤੀ ਮੈਨੂੰ ਪਤਾ ਲੱਗੇ ਕਿ ਮੈਂ ਆਪਣੇ ਪੁੱਤਰ ਦੀ ਬਰਾਤ ਲੈ ਕੇ ਅੱਗੇ ਜਾ ਸਕਦਾ ਜਾਂ ਨਹੀਂ ਜਾ ਸਕਦਾ ਹਾਂ। ਗਮਨੇ ਸ਼ੀਕਰ ਤੋਂ ਭਾਉ ਹੈ ਤਾਂ ਮਿਲੇ ਅਨਕ ਨਿਰਪਮੀਤ। ਤੇ ਇਹ ਭੀਮ ਚੰਦ ਰਾਜਾ ਛੇਤੀ ਆਪਣੇ ਪੁੱਤਰ ਨੂੰ ਲੈ ਕੇ ਤੇ ਮਿੱਤਰਾਂ ਨੂੰ ਮਿਲਣਾ ਚਾਹੁੰਦਾ ਤੇ ਬਰਾਤ ਦਾ ਟਿਕਾਓ ਕਰਨਾ ਚਾਹੁੰਦਾ ਵੀ ਛੇਤੀ ਨਾਲ ਪਹੁੰਚਾ ਆਪਣੇ ਕੁਰਮਾਂ ਦੇ ਘਰ ਦੇ ਵਿੱਚ ਤੇ ਜਾ ਕੇ ਬਰਾਤ ਦਾ ਟਿਕਾਓ ਕਰਾਂ, ਮਿੱਤਰਾਂ ਨੂੰ ਮਿਲਾਂ, ਰਾਜਿਆਂ ਨੂੰ ਮਿਲਾਂ
ਭੀਮ ਚੰਦ ਤੇ ਇਹ ਗੱਲ ਚਾਹੁੰਦਾ ਹੈ। ਚੌਪਈ ਉਤਰ ਤੁਰੰਗ ਤਤਕਾਲ ਵਜ਼ੀਰ। ਇਹ ਜਿਹੜਾ ਵਜ਼ੀਰ ਹੈ ਨਾ, ਛੇਤੀ ਦੇ ਨਾਲ ਆਪਣੇ ਘੋੜੇ ਤੋਂ ਥੱਲੇ ਉਤਰ ਕੇ ਜੋ ਚਲ ਕੇ ਪਤ ਕੇ ਤੀਰ। ਜਿੱਥੇ ਪਹਾੜੀਏ ਬੈਠੇ ਇਹ ਵਜ਼ੀਰ ਭੱਜ ਕੇ ਦੌੜ ਕੇ ਬੜੀ ਫੁਰਤੀ ਦੇ ਨਾਲ ਉੱਥੇ ਪਹੁੰਚਾ ਹੈ। ਮੁਸਕਾਵਤ ਮੁਖ ਨਿਤ ਬਿਠਾਰਾ। ਤੇ ਕਹਿਣ ਲੱਗੇ ਵੀ ਮੁਸਕਾਉਂਦਿਆਂ ਹੋਇਆਂ, ਖੁਸ਼ ਹੁੰਦਿਆਂ ਹੋਇਆਂ, ਪਹਾੜੀਆਂ ਦੇ ਮਨ ਵਿੱਚ ਇਹ ਹੈ ਵੀ ਮਹਾਰਾਜ ਨੇ ਰਾਹ ਦੇਣ ਤੋਂ ਤੇ ਨਾ ਨਹੀਂ ਕਰ ਰਹੀ ਹੈ। ਵਜ਼ੀਰ ਨੂੰ ਆਇਆ ਵੇਖ ਕੇ ਇਹਨਾਂ ਦੇ ਮਨ ਵਿੱਚ ਇਹ ਹੈ ਵੀ ਇਹ ਸਾਰੀ ਗੱਲ ਬਣਾ ਕੇ ਹੀ ਆਇਆ ਹੋਵੇਗਾ। ਵਜ਼ੀਰ ਨੂੰ ਆਇਆ ਵੇਖ ਕੇ ਇਹ ਮਹਾਰਾਜੇ ਜਿਹੜੇ ਪਹਾੜੀਏ ਹੱਸ ਕੇ ਤੇ ਵਜ਼ੀਰ ਨੂੰ ਕਹਿੰਦੇ ਬੈਠ ਜਾ ਸਾਡੇ ਕੋਲ ਆ ਕੇ ਬੈਠਣਾ ਕਰ। ਕਹਾਂ ਸਤਿਗੁਰੂ ਉਚਾਰੇ। ਤੇ ਨਾਲ ਇਹ ਵੀ ਦੱਸ ਵੀ ਮਹਾਰਾਜ ਨੇ ਕਿਹਾ ਕੀ ਹੈ, ਤੂੰ ਕੀ ਜਵਾਬ ਲੈ ਕੇ ਆਇਆ, ਕੀ ਉੱਤਰ ਲੈ ਕੇ ਆਇਆ ਹੈ। ਸੋ ਮੰਤਰੀ ਕਰ ਜੋਰ ਵਖਾਣਾ। ਉਹ ਜਿਹੜਾ ਮੰਤਰੀ ਆਇਆ ਸੀ ਨਾ ਮਹਾਰਾਜ ਦੇ ਕੋਲ ਗੁਰਮੁਖ ਕੋ ਰਸਤਾ ਲੈਣ ਵਾਸਤੇ, ਬੇਨਤੀ ਕਰਨ ਵਾਸਤੇ, ਉਹ ਫਿਰ ਹੱਥ ਜੋੜ ਕੇ ਉਸ ਵੇਲੇ ਕਹਿਣ ਲੱਗਾ ਹੈ ਅਜੀ ਧਰ ਤੁਮਰੋ ਸ਼ਰ ਜਾਣਾ। ਕਹਿਣ ਲੱਗਾ ਉਹ ਰਾਜੇ ਤੁਸੀਂ ਬੜੇ ਆਪਣੇ ਆਪ ਚ ਚਲਾਕ ਬਣੇ ਹੋ, ਬੜੇ ਸਿਆਣੇ ਬਣੇ ਹੋ, ਪਰ ਮਹਾਰਾਜ ਜੀਆਂ ਨੇ ਤੁਹਾਡਾ ਛਲ ਜਾਣ ਲਿਆ ਹੈ, ਤੁਹਾਡਾ ਕਪਟ ਦਾ ਪਤਾ ਲੱਗ ਗਿਆ। ਤੁਸੀਂ ਕਪਟ ਕਰਨਾ ਚਾਹੁੰਦੇ ਹੋ ਨਾ, ਛਲ ਕਰਨਾ ਚਾਹੁੰਦੇ ਨਾ ਮਹਾਰਾਜ ਦੇ ਨਾਲ। ਸਤਿਗੁਰਾਂ ਨੇ ਤੁਹਾਡੇ ਛਲ ਨੂੰ ਜਾਣਿਆ ਹੈ। ਆਪਣੋ ਅਰਥ ਹੇਤ ਬਨ ਮੀਤਾ। ਤੇ ਆਪਣੇ ਅਰਥ, ਆਪਣੇ ਮਤਲਬ ਵਾਸਤੇ ਤੁਸੀਂ ਮਿੱਤਰ ਬਣਨਾ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਨਾ ਵੀ ਮਹਾਰਾਜ ਨਾਲ ਮਿੱਠੀਆਂ ਚੋਪੜੀਆਂ ਗੱਲਾਂ ਕਰਕੇ ਤੇ ਰਸਤਾ ਲੈ ਲਈਏ, ਮਹਾਰਾਜ ਨੂੰ ਕੀ ਪਤਾ। ਪਰ ਵਜ਼ੀਰ ਕਹਿੰਦਾ ਪਿਆ ਸਤਿਗੁਰੂ ਇਸ ਗੱਲ ਨੂੰ ਜਾਣ ਗਿਆ ਨੇ ਕਿ ਤੁਸੀਂ ਆਪਣਾ ਮਤਲਬ ਕੱਢਣ ਵਾਸਤੇ ਮਿੱਤਰਤਾ ਹੀ ਬਣਾਉਣਾ ਚਾਹੁੰਦੇ ਹੋ। ਤਤਸ਼ਨ ਹੋਵਤ ਵਿਪਰੀਤਾ। ਤੇ ਜਦੋਂ ਤੁਹਾਡਾ ਮਤਲਬ ਨਿਕਲ ਜਾਂਦਾ ਫਿਰ ਤੁਸੀਂ ਉਲਟ ਹੋ ਜਾਂਦੇ ਹੋ। ਜਦੋਂ ਤੇ ਪੈਂਦਾ ਮਤਲਬ ਉਦੋਂ ਤੁਸੀਂ ਪ੍ਰੇਮੀ ਬਣ ਜਾਂਦੇ ਹੋ, ਸ਼ਰਧਾ ਵਾਲੇ ਬਣ ਜਾਂਦੇ ਹੋ, ਗੁਰੂ ਨੂੰ ਗੁਰੂ ਕਹਿਣ ਲੱਗ ਪੈਂਦੇ ਹੋ। ਜਦੋਂ ਮਤਲਬ ਨਿਕਲ ਜਾਂਦਾ ਫਿਰ ਤੁਸੀਂ ਮਹਾਰਾਜ ਨੂੰ ਗੁਰੂ ਨਹੀਂ ਸਮਝਦੇ, ਫਿਰ ਉੱਚੀਆਂ ਨੀਵੀਆਂ ਦੇ ਗੱਲਾਂ ਕਰਦੇ ਹੋ। ਇਹ ਛਲ ਮਹਾਰਾਜ ਨੂੰ ਤੁਹਾਡਾ ਜਾਣ ਲਿਆ। ਸਤਿਗੁਰਾਂ ਨੂੰ ਇਹ ਪਤਾ ਲੱਗ ਗਿਆ ਵੀ ਤੁਹਾਡੀ ਕਹਿਣੀ ਕੁਝ ਹੋਰ ਤੇ ਕਰਨੀ ਕੁਝ ਹੋਰ ਹੈ। ਸਾਹਿਬ ਕਰਾਮਾਤ ਗੁਰਪੂਰਾ। ਸਤਿਗੁਰੂ ਤੇ ਪੂਰੇ ਕਰਾਮਾਤੀ ਨੇ। ਉਹ ਤੇ ਇੱਥੇ ਬੈਠਿਆਂ ਉੱਥੇ ਬੈਠਿਆਂ ਇੱਥੋਂ ਦੀ ਸਾਰੀ ਗੱਲ ਉਹ ਜਾਣਦੇ ਨੇ। ਤੁਸੀਂ ਚਰਨ ਕਰਨਾ ਚਾਹੁੰਦੇ ਹੋ ਛਲ ਮਹਾਰਾਜ ਦੇ ਨਾਲ, ਪਰ ਮਹਾਰਾਜ ਪੂਰਾ ਛਲ ਜਾਣਦੇ ਹਨ। ਕਿਉਂ ਪੁੱਜ ਸਕੈ ਤੈਨੂੰ ਟਿਕ ਪੂਰਾ। ਉਹ ਸਤਿਗੁਰਾਂ ਦੇ ਨਾਲ ਝੂਠਾ ਬੰਦਾ ਪੁੱਜ ਨਹੀਂ ਸਕਦਾ। ਵਜ਼ੀਰ ਮਹਾਰਾਜ ਦੇ ਬਚਨ ਸੁਣ ਕੇ ਨਾ ਤੇ ਮਹਾਰਾਜ ਦਾ ਇਹ ਸਹੀ ਜਿਹੜਾ ਇਹਨਾਂ ਨੂੰ ਮੰਤਰ ਕਰਦਾ ਪਿਆ, ਸਹੀ ਦੱਸਦਾ ਪਿਆ। ਕਹਿਣ ਲੱਗੇ ਵੀ ਤੁਹਾਡੇ ਵਰਗੇ ਝੂਠੇ ਆਦਮੀ ਜਾਂ ਮੇਰੇ ਵਰਗੇ ਝੂਠੇ ਆਦਮੀ ਗੁਰੂ ਦੇ ਨਾਲ ਪੁੱਜ ਨਹੀਂ ਸਕਦੇ, ਪੂਰੇ ਨਹੀਂ ਲੈ ਸਕਦੇ, ਕਿਉਂਕਿ ਗੁਰੂ ਪੂਰਾ ਤੇ ਸੱਚਾ ਹੈ। ਆਪਾਂ ਝੂਠੇ ਤੇ ਫਰੇਬੀ ਆਂ ਤੇ ਫਿਰ ਪੂਰੇ ਗੁਰੂ ਦਾ ਮੁਕਾਬਲਾ ਕਿਵੇਂ ਕਰਨਾ ਕਰੀਏ। ਕਹੀ ਜਾਏ ਕਰ ਅਦਕ ਪ੍ਰਸ਼ੰਸਾ। ਇਸ ਤਰ੍ਹਾਂ ਇਸ ਵਜ਼ੀਰ ਨੇ ਮਹਾਰਾਜ ਦੀ ਕਾਫੀ ਆ ਕੇ ਵਡਿਆਈ ਕੀਤੀ ਹੈ। ਕਰ ਸੋਢ ਵੰਸ ਅਵਤੰਸ਼ਾ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਮਹਾਰਾਜ ਜੀ ਸੋਢੀਆਂ ਦੇ ਕੁਲ ਦੇ ਗਹਿਣਾ ਸਰੂਪ ਨੇ, ਪਾਤਸ਼ਾਹ ਐਸੇ ਵੱਡੇ ਦਾਤੇ ਹਨ। ਕਪਟ ਸਵੇਤ ਜਾਣ ਨਾ ਮਾਨੀ। ਤੇ ਸਤਿਗੁਰੂ ਪਾਤਸ਼ਾਹ ਨੇ ਤੁਹਾਡਾ ਕਪਟ ਜਾਣ ਲਿਆ। ਕਪਟ ਕਰਕੇ ਮਹਾਰਾਜ ਨੇ ਬਚਨ ਨਹੀਂ ਮੰਨਿਆ। ਵੈਸੇ ਤੇ ਮਹਾਰਾਜ ਬਚਨ ਕੋਈ ਮੋੜਦੇ ਨਹੀਂ, ਕੋਈ ਫਰਿਆਦ ਕਰੇ, ਕੋਈ ਬੇਨਤੀ ਕਰੇ ਤੇ ਸਤਿਗੁਰੂ ਝੱਟ ਮੰਨ ਲੈਂਦੇ। ਪਰ ਜਿਹੜਾ ਬੰਦਾ ਕਪਟ ਕਰਦਾ ਨਾ, ਛਲ ਕਰਦਾ, ਉਹਦਾ ਫਿਰ ਬਚਨ ਨਹੀਂ ਮੰਨਿਆ ਜਾਂਦਾ। ਤੇ ਵਜ਼ੀਰ ਕਹਿੰਦਾ ਪਿਆ ਵੀ ਮਹਾਰਾਜ ਤੁਹਾਡੇ ਕਪਟ ਨੂੰ ਜਾਣ ਕੇ ਬਚਨ ਨਹੀਂ ਮੰਨਿਆ ਹੈ। ਹਰੀ ਪੀਰ ਰਸ ਗਿਰਾ ਬਖਾਨੀ। ਤੇ ਸਤਿਗੁਰਾਂ ਨੇ ਵੀਰ ਰਸ ਵਾਲੇ ਬਚਨ ਕੀਤੇ ਨੇ। ਜਦੋਂ ਮੈਂ ਜਾ ਕੇ ਆਖਿਆ ਨਾ ਵੀ ਮਹਾਰਾਜ ਰਾਹ ਦੇ ਦਿਓ, ਜਾਣ ਵਾਸਤੇ ਰਸਤਾ ਦਿਓ, ਤੇ ਸਤਿਗੁਰਾਂ ਨੇ ਫਿਰ ਬੜੇ ਵੀਰ ਰਸ ਵਿੱਚ ਆ ਕੇ ਬਚਨ ਕੀਤੇ ਹਨ। ਇਸ ਮਗ ਮਹਿ ਨਹਿ ਉਲੰਘਣ ਦੇ ਹੋ। ਸਤਿਗੁਰੂ ਪਾਤਸ਼ਾਹ ਨੇ ਕੀ ਜਵਾਬ ਦਿੱਤਾ ਮੈਂ ਤੁਹਾਨੂੰ ਉਹ ਗੱਲ ਦੱਸਦਾ। ਤੇ ਰਾਜੇ ਸੁਣਦੇ ਪੈ ਨਾ ਕੋਲ ਬੈਠ ਕੇ। ਵਜ਼ੀਰ ਕਹਿੰਦਾ ਵੀ ਬਾਕੀ ਗੱਲਾਂ ਛੱਡੋ, ਜੋ ਗੁਰੂ ਨੇ ਆਖਿਆ ਮੈਂ ਹੂਬਹੂ ਤੁਹਾਨੂੰ ਦੱਸਾਂਗਾ ਵੀ ਕੀ ਬਚਨ ਉਹਨਾਂ ਨੇ ਵਰਤੇ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਆਖਿਆ ਪਹਾੜੀ ਰਾਜਿਆਂ ਨੂੰ ਇਹ ਗੱਲ ਕਹਿ ਦਿਓ, ਇਸ ਰਸਤੇ ਤੋਂ ਤੇ ਅਸੀਂ ਤੁਹਾਨੂੰ ਲੰਘਣ ਨਹੀਂ ਦੇਵਾਂਗੇ। ਤੁਸੀਂ ਜੋ ਕਰਨਾ ਜਿਵੇਂ ਕਰਨਾ ਉਹ ਤੁਸੀਂ ਕਰ ਸਕਦੇ ਹੋ, ਪਰ ਸਾਡਾ ਨਿਰਣਾ ਬਚਨ ਇਹ ਹੈ, ਫੈਸਲਾ ਇਹ ਹੈ ਵੀ ਇਸ ਰਸਤੇ ਤੋਂ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਰੋਕ ਬਿਲੋਕ ਸ਼ੋਕ ਉਪੈ ਹੋ। ਤੇ ਜੇ ਕੋਈ ਇੱਥੇ ਆ ਗਿਆ ਨਾ ਲੰਘਣ ਵਾਸਤੇ ਤੇ ਫਿਰ ਉਸ ਨੂੰ ਕਿੰਨਾ ਦਰਦ ਹੋਵੇਗਾ, ਕਿੰਨਾ ਦੁੱਖ ਹੋਵੇਗਾ, ਕਿੰਨਾ ਸ਼ੋਕ ਪੈਦਾ ਹੋਵੇਗਾ। ਉਹਦਾ ਜ਼ਿੰਮੇਵਾਰ ਉਹ ਆਪ ਹੈ। ਅਸੀਂ ਪਹਿਲਾਂ ਕਹਿ ਦਿੱਤਾ ਵੀ ਜਿਹੜਾ ਇੱਧਰ ਨੂੰ ਆ ਗਿਆ ਉਹ ਜਿਉਂਦਾ ਪਿੱਛੇ ਨਹੀਂ ਮੁੜੇਗਾ, ਨਾ ਜਿਉਂਦਾ ਅੱਗੇ ਜਾਏਗਾ।
ਹੁਣ ਤੁਸੀਂ ਵੇਖੋ ਵੀ ਕੀ ਕਰਨਾ ਹੈ। ਜੇ ਗਿਰ ਪਤਨ ਲਿਖੈ ਬਲ ਇਹ ਭਾਰੀ। ਸਤਿਗੁਰਾਂ ਨੇ ਇਹ ਵੀ ਬਚਨ ਆਖੇ ਨੇ ਵੀ ਜੇ ਪਹਾੜੀਏ ਰਾਜੇ ਆਪਣੇ ਆਪ ਨੂੰ ਬਹੁਤ ਬਲ ਵਾਲਾ ਸਮਝਦੇ ਵੀ ਸਾਡੇ ਵਿੱਚ ਬੜੀ ਤਾਕਤ ਹੈ, ਦਸ ਕੇ ਚਲਿਆ ਵਗਾਰੀ। ਤੇ ਸਤਿਗੁਰਾਂ ਨੇ ਆਖਿਆ ਵੀ ਸਾਡੇ ਵੱਲੋਂ ਫੁੱਲ ਤਿਆਰੀ ਹੈ। ਜੇ ਪਹਾੜੀਆਂ ਨੂੰ ਆਪਣੀ ਫੌਜ ਤੇ ਮਾਣ ਹੈ ਜਾਂ ਪਹਾੜੀ ਰਾਜਿਆਂ ਨੂੰ ਆਪਣੇ ਬਲ ਦੇ ਉੱਪਰ ਮਾਣ ਹੈ, ਜੇ ਸਾਡੇ ਵੱਲੋਂ ਕੋਈ ਇਨਕਾਰ ਨਹੀਂ, ਅਸੀਂ ਤਿਆਰ ਬੈਠੇ ਹਾਂ, ਆਓ ਫਿਰ ਅੱਗੇ ਵਧੋ ਤੇ ਪਤਾ ਲੱਗੇ ਮੈਦਾਨ ਦੇ ਵਿੱਚ ਕੀ ਬਣਦਾ। ਇਹ ਸਤਿਗੁਰਾਂ ਦੇ ਬਚਨ ਕਹਿ ਨੇ। ਵਜ਼ੀਰ ਦੱਸਦਾ ਪਿਆ ਵੀ ਇਹ ਬਚਨ ਵਰਤੇ ਮਹਾਰਾਜ ਨੇ ਵੀ ਜੇ ਪਹਾੜੀਆਂ ਨੂੰ ਆਪਣੀ ਫੌਜ ਤੇ ਆਪਣੇ ਉੱਪਰ ਮਾਣ ਹੈ ਤੇ ਫੌਜ ਲੈ ਕੇ ਫਿਰ ਅੱਗੇ ਵਧੋ, ਫਿਰ ਸੋ ਅੱਗੋਂ ਤੁਹਾਡੇ ਨਾਲ ਅਸੀਂ ਟਾਕਰਾ ਕਰਾਂਗੇ। ਪਰ ਜਿਹਦੇ ਵਿੱਚ ਜ਼ੋਰ ਹੋਵੇਗਾ ਉਹ ਲੰਘ ਜਾਏਗਾ, ਜਿਹਦੇ ਵਿੱਚ ਨਹੀਂ ਹੋਵੇਗਾ ਉਹ ਮੁੜ ਜਾਏਗਾ। ਇਹ ਬਚਨ ਆਖੇ ਵਿਗੜੇ ਹਨ। ਰਹੋ ਅਨੰਦਪੁਰ ਜਾ ਤੇ ਕੇ। ਸਤਿਗੁਰਾਂ ਨੇ ਇਹ ਵੀ ਆਖਿਆ ਵੀ ਜਦੋਂ ਅਸੀਂ ਅਨੰਦਪੁਰ ਸਾਹਿਬ ਸੀ ਤੁਸੀਂ ਉਦੋਂ ਦੇ ਸਾਡੇ ਨਾਲ ਵਿਗੜੇ ਹੋਏ ਹੋ, ਲਵੇ ਤਿਆਰ ਹੈ ਹਮ ਤਬ ਕਿ ਕੇ। ਉਦੋਂ ਦੇ ਅਸੀਂ ਤਿਆਰ। ਮਹਾਰਾਜ ਨੇ ਆਖਿਆ ਕਿ ਜਦੋਂ ਆਪਾਂ ਅਨੰਦਪੁਰ ਸਾਹਿਬ ਰਹਿੰਦੇ ਸਾਂ ਸਾਡੇ ਨਾਲ ਤੁਸੀਂ ਉਦੋਂ ਦੇ ਵਿਗੜੇ ਹੋਏ। ਇਹ ਬਚਨ ਇਹ ਆ ਵੀ ਅਸੀਂ ਤੇ ਉਦੋਂ ਦੀ ਤਿਆਰੀ ਕੀਤੀ ਹੈ ਅਨੰਦਪੁਰ ਸਾਹਿਬ ਵੇਲੇ ਦੀ। ਅਸੀਂ ਤੇ ਉਦੋਂ ਵੀ ਉਡੀਕਦੇ ਪਏ ਸੀ ਵੀ ਕਦੋਂ ਆਓ ਫੌਜ ਲੈ ਕੇ ਤੇ ਜੰਗ ਕਰੀਏ। ਅਸੀਂ ਤੇ ਉਸ ਵੇਲੇ ਦੀ ਆਪਣੀ ਤਿਆਰੀ ਕਰਕੇ ਬੈਠੇ ਹਾਂ। ਜੰਗ ਖੇਤ ਅਭਲਾਖਾ ਰੱਖੀ। ਸਤਿਗੁਰਾਂ ਨੇ ਤੇ ਜੰਗ ਲੜਨ ਦੀ ਬਹੁਤ ਵੱਡੀ ਇੱਛਾ ਰੱਖੀ ਹੋਈ ਗੁਰ ਪਵ ਹੈ। ਹੈ ਆਨ ਗੁਰ ਤੇ ਭਾਖੀ। ਸਤਿਗੁਰਾਂ ਨੇ ਇਹ ਵੀ ਆਖਿਆ ਕਿ ਸਾਡੀ ਇੱਛਾ ਕਦੋਂ ਪੂਰੀ ਕਰੋਗੇ। ਅਸੀਂ ਤੇ ਬੜੀ ਵੱਡੀ ਇੱਛਾ ਮਨ ਵਿੱਚ ਰੱਖ ਕੇ ਪਾਲੀ ਬੈਠੇ ਆ ਕਿ ਕਿਸ ਦਿਨ ਉਹ ਦਿਨ ਆਵੇ ਜਦੋਂ ਜੰਗ ਹੋਵੇ। ਤੇ ਪਹਾੜੀਓ ਇਹ ਨਿਰਭਰ ਹੁਣ ਤੁਹਾਡੇ ਤੇ ਕਰਦਾ ਵੀ ਸਾਡੀ ਉਹ ਇੱਛਾ ਪੂਰੀ ਕਦੋਂ ਕਰਨੀ ਹੈ। ਜੇ ਤੇ ਹੁਣੇ ਇੱਛਾ ਪੂਰੀ ਕਰਨੀ ਹੈ ਤਾਂ ਹੁਣੇ ਆ ਜਾਓ, ਤੇ ਜੇ ਹਾਲੇ ਕੋਈ ਜੇ ਲਾਉਣੇ ਨੇ ਫਿਰ ਤੁਹਾਡੀ ਮਰਜ਼ੀ ਹੈ। ਪਰ ਅਸੀਂ ਤੇ ਬੜੇ ਸਮੇਂ ਤੋਂ ਤਮੰਨਾ ਰੱਖ ਕੇ ਬੈਠੇ ਆ ਵੀ ਕਦੋਂ ਉਹ ਦਿਨ ਆਵੇ ਜਦੋਂ ਤੁਹਾਡੇ ਨਾਲ ਜੰਗ ਹੋਣਾ ਕਰੇ। ਤਨ ਸੰਗ ਕੋ ਕਾਜ ਨ ਕੋਈ। ਸਤਿਗੁਰੂ ਪਾਤਸ਼ਾਹ ਨੇ ਬਚਨ ਆਖੇ ਨੇ ਵੀ ਤੁਹਾਡੇ ਨਾਲ ਪਹਾੜੀਆਂ ਦੇ ਨਾਲ ਅਸੀਂ ਮੇਲ ਤੇ ਕਰਨਾ ਹੀ ਨਹੀਂ। ਇਹ ਬਚਨ ਪੱਕਾ ਹੀ ਸੁਣ ਲਵੋ। ਮਹਾਰਾਜ ਤੁਹਾਡੇ ਨਾਲ ਮੇਲ ਕਰਨ ਵਾਸਤੇ ਤਿਆਰ ਨਹੀਂ, ਕਹਿੰਦੇ ਵੀ ਪਹਾੜੀਆਂ ਦੇ ਨਾਲ ਸਾਡਾ ਕੋਈ ਮੇਲ ਨਹੀਂ ਹੈ। ਬਲ ਹੈ ਬਿਲ ਹੈ ਗਨ ਸ਼ਸਤਰਨ ਸੋਈ। ਬਸ ਸਾਡਾ ਤੇ ਮਿਲਣਾ ਸ਼ਸਤਰਾਂ ਦਾ ਮਿਲਣਾ ਹੋਵੇਗਾ। ਅਸੀਂ ਪਹਾੜੀਆਂ ਦੇ ਨਾਲ ਜੱਫੀ ਪਾ ਕੇ ਨਹੀਂ ਮਿਲਾਂਗੇ। ਹੁਣ ਤੇ ਸਾਡੇ ਤੀਰ ਹੀ ਇੱਕ ਦੂਜੇ ਨੂੰ ਮਿਲਣਗੇ, ਹੁਣ ਤੇ ਤਲਵਾਰਾਂ ਹੀ ਇੱਕ ਦੂਜੇ ਨਾਲ ਮਿਲਣਗੇ, ਹੁਣ ਤੇ ਸਾਡੇ ਸ਼ਸਤਰ ਹੀ ਇੱਕ ਦੂਜੇ ਨੂੰ ਮਿਲਣਗੇ। ਉਸ ਤਰ੍ਹਾਂ ਤੇ ਸਾਡਾ ਕਿਸੇ ਨਾਲ ਹੁਣ ਮਿਲਣਾ ਹੋਣਾ ਨਹੀਂ ਹਰੇ ਹੈ। ਪੰਜ ਸੈ ਸੁਟ ਅਗਾਰੀ। ਤੇ ਸਤਿਗੁਰਾਂ ਨੇ ਆਪਣੇ ਕਿਲੇ ਤੋਂ ਵੀ ਅੱਗੇ 500 ਸੂਰਮਾ ਹੋਰ ਅੱਗੇ ਵਧਾ ਕੇ ਖੜਾ ਕੀਤਾ ਵੀ ਜੇ ਕਿਤੇ ਪਹਾੜੀਏ ਗਲਤੀ ਨਾਲ ਵੀ ਕਿਤੇ ਇਧਰ ਨੂੰ ਆ ਗਏ, ਉਹ 500 ਸੂਰਮੇ ਨੂੰ ਹੁਕਮ ਹੈ ਮਹਾਰਾਜ ਜੀਆਂ ਦਾ ਵੀ ਸਾਡੇ ਬਿਨਾਂ ਪੁੱਛਣ ਤੋਂ ਤੁਸੀਂ ਜੰਗ ਸ਼ੁਰੂ ਕਰ ਦੇਣਾ। 500 ਸੂਰਮਾ ਤੇ ਪਹਿਲਾਂ ਰਸਤੇ ਵਿੱਚ ਉਹਨਾਂ ਨੇ ਬਿਠਾਇਆ ਹੋਇਆ ਹਰੇ ਹੈ। ਪ੍ਰਤੀਖਣ ਤੁਮ ਅਸਵਾਰੀ। ਤੇ ਉਹ ਤੁਹਾਡੀ ਸਵਾਰੀ ਨੂੰ ਉਡੀਕਦੇ ਪਏ, ਤੁਹਾਨੂੰ ਉਡੀਕਦੇ ਪਏ ਵੀ ਕਦੋਂ ਭੀਮ ਚੰਦ ਰਾਜਾ ਬਰਾਤ ਲੈ ਕੇ ਆਪਣੇ ਸੂਰਮੇ ਲੈ ਕੇ ਇੱਥੋਂ ਲੰਘੇ ਰਸਤੇ ਦੇ ਵਿੱਚੋਂ, ਤੇ ਫਿਰ ਦਸੀਏ ਉਹਨਾਂ ਨੂੰ ਪਤਾ ਵੀ ਅਸੀਂ ਕੀ ਹਾਂ। ਸਤਿਗੁਰੂ ਐਸੀ ਤਿਆਰੀ ਕਰਕੇ ਤੁਹਾਨੂੰ ਉਡੀਕਦੇ ਹਨ। ਗੁਰ ਬਲ ਮਹਿਨੈ ਬਿਲਵਰ ਕੀ। ਤੇ ਸਤਿਗੁਰਾਂ ਦੇ ਬੋਲ ਤੇ ਥੋੜੀ ਜਿੰਨੀ ਵੀ ਦੇਰੀ ਨਹੀਂ ਹੈ। ਮਹਾਰਾਜ ਦੀ ਫੌਜ ਤੇ ਮੈਂ ਤਿਆਰ ਬਰ ਤਿਆਰ ਦੇਖ ਕੇ ਆਇਆ। ਇਹ ਵਜ਼ੀਰ ਦੱਸਦਾ ਪਿਆ ਪਹਾੜੀ ਰਾਜਿਆਂ ਨੂੰ ਵੀ ਮਹਾਰਾਜ ਦੀ ਫੌਜ ਮੈਂ ਤਿਆਰ ਵੇਖ ਕੇ ਆਇਆ। ਮਹਾਰਾਜ ਵੱਲੋਂ ਥੋੜੀ ਜਿੰਨੀ ਵੀ ਦੇਰੀ ਜੰਗ ਕਰਨ ਦੇ ਵਿੱਚ ਨਹੀਂ ਹੈ। ਚਾਹੇ ਵਿਖਣ ਤੁਮ ਚਮੂ ਗਤੀ ਕੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਾਹੁੰਦੇ ਨੇ ਹੁਣ ਤੁਹਾਡੀ ਫੌਜ ਵੇਖਣਾ, ਤੁਹਾਡੀ ਫੌਜ ਦੀ ਚਾਲ ਵੇਖਣਾ ਮਹਾਰਾਜ ਚਾਹੁੰਦੇ ਹਨ। ਭੀਮ ਚੰਦ ਸੁਣ ਚਿੰਤ ਵਿਸਮ। ਜਦੋਂ ਭੀਮ ਚੰਦ ਨੇ ਸੁਣੇ ਨਾ ਬਚਨ ਮਹਾਰਾਜ ਦੀਆਂ, ਵਜ਼ੀਰ ਨੇ ਦੱਸਿਆ ਵੀ ਸਤਿਗੁਰੂ ਜੰਗ ਕਰਨ ਵਾਸਤੇ ਤਿਆਰ ਨੇ ਤੇ ਫੌਜਾਂ ਬਿਲਕੁਲ ਤਿਆਰ ਤੇ ਮਹਾਰਾਜ ਟਲਣਗੇ ਨਹੀਂ, ਪਿੱਛੇ ਨਹੀਂ ਹਟਣਗੇ। ਇਹ ਗੱਲਾਂ ਸੁਣ ਕੇ ਤੇ ਭੀਮ ਚੰਦ ਦੇ ਮਨ ਵਿੱਚ ਬਹੁਤੀ ਚਿੰਤਾ ਕਿਤੇ ਪੈਦਾ ਹੋ ਗਈ ਹਰੇ ਹੈ। ਵਿਗਨ ਕਿਮ ਹੋਏ ਨਾ ਟਲ। ਮਨ ਵਿੱਚ ਸੋਚਦਾ ਪਿਆ ਭੀਮ ਚੰਦ ਵੀ ਇਹ ਤੇ ਬੜਾ ਵੱਡਾ ਵਿਗਨ ਪੈ ਗਿਆ। ਜੇ ਸਤਿਗੁਰਾਂ ਨੇ ਇਹ ਕਹਿ ਦਿੱਤਾ ਨਾ ਵੀ ਅਸੀਂ ਅੱਗੇ ਲੰਘਣ ਨਹੀਂ ਦੇਵਾਂਗੇ, ਤੇ ਵਾਕਿਆ ਹੀ ਮਹਾਰਾਜ ਨੇ ਲੰਘਣ ਨਹੀਂ ਦੇਣਾ। ਇਹ ਤੇ ਬੜਾ ਵੱਡਾ ਵਿਗਨ ਪੈ ਗਿਆ, ਬੜੀ ਵੱਡੀ ਰੁਕਾਵਟ ਪੈ ਗਈ ਹੈ। ਇਹ ਮੇਰੇ ਵਿਆਹ ਦੇ ਵਿੱਚ ਵੱਡੀ ਮੁਸੀਬਤ ਹੈ। ਇਹ ਰਸਤਾ ਜਿਹੜਾ ਮੈਂ ਲੰਘ ਕੇ ਜਾਣ ਲੱਗਾ ਇਹ ਬਣ ਗਿਆ ਹੈ। ਵਿਆਹ ਦਿਵਸ ਅਬ ਆਏ ਨਜ਼ੀਕਾ। ਹੁਣ ਗੱਲ ਇਹ ਹੈ ਵੀ ਵਿਆਹ ਦਾ ਦਿਨ ਨੇੜੇ ਆ ਗਿਆ। ਕੱਲ ਆਪਾਂ ਬਚਨ ਸਰਵਣ ਕੀਤਾ ਸੀ ਵੀ ਹਿੰਦੂ ਮਤ ਦੇ ਵਿੱਚ ਪੰਡਤ ਦੇ ਕੋਲੋਂ ਦਿਨ ਕਢਾਇਆ ਜਾਂਦਾ, ਜਿਸ ਨੂੰ ਸ਼ੁਭ ਮੁਹੂਰਤ ਆਖਿਆ ਜਾਂਦਾ। ਉਹ ਲਗਨ ਕਢਾ ਕੇ ਤੇ ਫਿਰ ਵਿਆਹ ਦੇ ਬਾਕੀ ਜਿਹੜੇ ਕੰਮਕਾਰ ਕੀਤੇ ਜਾਂਦੇ।
ਤੇ ਜਿਹੜਾ ਦਿਨ ਪੰਡਤ ਨੇ ਕੱਢਿਆ ਵਿਆਹ ਵਾਲਾ, ਭੀਮ ਚੰਦ ਸੋਚਦਾ ਪਿਆ ਵੀ ਉਹ ਦਿਨ ਨੇੜੇ ਆ ਗਿਆ। ਜੇ ਮੈਂ ਪਿੱਛੇ ਮੁੜਦਾ ਹਾਂ ਤੇ ਜਿੰਨੇ ਚਿਰ ਨੂੰ ਉੱਪਰ ਦੀ ਵੱਲ ਪਾ ਕੇ ਆਉਣਾ ਉਹਨੇ ਚਿਰ ਨੂੰ ਉਹ ਦਿਨ ਲੰਘ ਜਾਣਾ। ਤੇ ਜੇ ਮੈਂ ਸਿੱਧਾ ਜਾਂਦਾ ਤੇ ਮਹਾਰਾਜ ਕਹਿੰਦੇ ਵੀ ਅਸੀਂ ਗਾਂ ਜਾਣ ਨਹੀਂ ਦੇਣਾ, ਰਸਤੇ ਵਿੱਚ ਅਸੀਂ ਬੈਠੇ ਆ, ਸਾਡੇ ਨਾਲ ਜੰਗ ਕਰੋ। ਹੁਣ ਮੁਸੀਬਤ ਇਹ ਹੈ, ਪਿੱਛੇ ਮੁੜ ਨਹੀਂ ਸਕਦੇ, ਅੱਗੇ ਜਾ ਨਹੀਂ ਸਕਦੇ। ਅੱਗੇ ਜਾਂਦੇ ਆ ਜੰਗ ਹੋਵੇਗਾ, ਪਿੱਛੇ ਮੁੜਦੇ ਆ ਤੇ ਦਿਨ ਬਹੁਤੇ ਲੱਗ ਜਾਣਗੇ। ਵਿਆਹ ਦਾ ਸਾਇਆ, ਵਿਆਹ ਦਾ ਉਹ ਲੱਗਣ ਵਾਲਾ ਦਿਨ ਜਿਹੜਾ ਬਿਲਕੁਲ ਨੇੜੇ ਆ ਗਿਆ ਹੈ। ਪਰ ਜੰਗ ਵੱਡ ਹੋਵੇ ਨਾ ਨੀਕਾ। ਤੇ ਜੇ ਮੈਂ ਅੱਗੇ ਜਾਂਦਾ, ਹੁਣ ਭੀਮ ਚੰਦ ਰਾਜਾ ਸਾਰਿਆਂ ਤੋਂ ਵੱਡਾ, ਸੋਚਦਾ ਪਿਆ ਵੀ ਵਿਆਹ ਵੀ ਮੇਰੇ ਪੁੱਤਰ ਦਾ ਹੀ ਹੈ। ਜੇ ਮੈਂ ਅੱਗੇ ਜਾਂਦਾ ਹਾਂ ਤੇ ਜੰਗ ਹੋਵੇਗਾ, ਜੰਗ ਜ਼ਰੂਰ ਹੋਵੇਗਾ। ਤੇ ਜੇ ਜੰਗ ਹੋਵੇਗਾ ਤਾਂ ਚੰਗੀ ਗੱਲ ਨਹੀਂ ਹੈ। ਜੰਗ ਦੇ ਵਿੱਚ ਸਾਥ ਸੰਬੰਧੀ ਵੀ ਨੇ, ਰਿਸ਼ਤੇਦਾਰ ਵੀ ਨੇ, ਮਿੱਤਰ ਵੀ ਨੇ। ਜੰਗ ਹੋਵੇਗਾ, ਜੇ ਇਹਨਾਂ ਵਿੱਚੋਂ ਕੋਈ ਵੀ ਮਾਰਿਆ ਗਿਆ ਤੇ ਸਾਰਾ ਬੇਰਾਸੀ ਹੋ ਜਾਣਾ, ਰਸ ਰਹਿਣਾ ਕੋਈ ਨਹੀਂ, ਸਵਾਦ ਰਹਿਣਾ ਕੋਈ ਨਹੀਂ। ਜੰਗ ਕਰਨਾ ਠੀਕ ਨਹੀਂ ਹੈ। ਅਮਰ ਪੰਥ ਜੈ ਵੇਖੋ ਨਹੀਂ। ਹੋਰ ਕੋਈ ਰਸਤਾ ਜਾਣ ਨੂੰ ਹੈ ਵੀ ਨਹੀਂ। ਗੁਰੂ ਉਸ ਵੇਲੇ ਅੱਜ ਤੇ ਚਲੋ ਕਈ ਤਰ੍ਹਾਂ ਦੇ ਸਾਧਨ ਨੇ, ਕਈ ਰਸਤੇ ਨਵੇਂ ਬਣ ਗਏ ਹੋਣਗੇ, ਪਰ ਉਹਨਾਂ ਸਮਿਆਂ ਦੇ ਵਿੱਚ ਕੁਝ ਪੱਗ ਡੰਡੀਆਂ ਹੀ ਸਨ ਜਿਹੜੀਆਂ ਪਹਾੜਾਂ ਦੇ ਉੱਪਰ ਦੀ ਵੱਲ ਖਾ ਕੇ ਜਾਂਦੀਆਂ, ਤੇ ਕੋਈ ਬਹੁਤੇ ਰਸਤੇ ਨਹੀਂ ਸਨ। ਤੇ ਭੀਮ ਚੰਦ ਸੋਚਦਾ ਪਿਆ ਵੀ ਸ਼੍ਰੀਨਗਰ ਜਾਣ ਵਾਸਤੇ ਹੋਰ ਕੋਈ ਰਸਤਾ ਨਹੀਂ ਹੈ। ਜੇ ਕੋ ਇਹ ਦੂਰ ਕੋ ਜਾਹੇ। ਜੇ ਕੋਈ ਰਸਤਾ ਹੈ ਵੀ ਮੰਨ ਲਓ ਤੇ ਉਹ ਹੈ ਬੜਾ ਦੂਰ ਹੈ। ਹੁਣ ਮੈਨੂੰ ਪੌਂਟਾ ਸਾਹਿਬ ਤੋਂ ਪਿੱਛੇ ਵਾਪਸ ਮੁੜਨਾ ਪਵੇਗਾ, ਅਨੰਦਪੁਰ ਸਾਹਿਬ ਨੂੰ ਜਾਣਾ ਪਵੇਗਾ, ਉੱਥੋਂ ਫਿਰ ਘੁਮਾ ਕੇ ਪਹਾੜੀਆਂ ਦੇ ਵਿੱਚੋਂ ਦੀ ਹੋ ਕੇ, ਤੇ ਭਾਵੇਂ ਕੋਈ ਹੋਰ ਰਸਤਾ ਸ਼੍ਰੀਨਗਰ ਨੂੰ ਜਾਂਦਾ ਹੋਵੇ, ਜੇ ਕੋਈ ਹੋਇਆ ਵੀ ਤੇ ਉਹ ਬਹੁਤ ਦੂਰ ਹੋਵੇਗਾ, ਉਧਰ ਦੀ ਆਉਣਾ ਮੁਸ਼ਕਲ ਹੈ। ਤੇ ਜੈ ਹੈ ਸਾਹਿਬ ਕੋ ਸਮੈ। ਜਿਹੜਾ ਸਾਇਆ ਰੱਖਿਆ, ਵਿਆਹ ਦਾ ਦਿਨ ਚੁਣਿਆ ਹੋਇਆ, ਉਹ ਸਾਏ ਵਾਲਾ ਦਿਨ ਲੰਘ ਜਾਣਾ, ਮੂਰਤ ਵਾਲਾ ਅੱਛਾ ਦਿਨ ਲੰਘ ਜਾਣਾ ਹੈ। ਬਣੀ ਅਸਮੰਜਸ ਹਮੈ। ਇਹ ਤੇ ਬੜੀ ਅਸਮੰਜਸ ਅਣਬਣ ਗੱਲ ਜਿਹੜੀ ਨਹੀਂ ਹੋ ਸਕਦੀ ਉਹ ਬਣ ਗਈ ਹੈ। ਕੀ ਨਹੀਂ ਹੋ ਸਕਦਾ? ਪਿੱਛੇ ਮੁੜਿਆ ਨਹੀਂ ਜਾ ਸਕਦਾ। ਪਿੱਛੇ ਮੁੜਾਂਗਾ ਤੇ ਉਹ ਵਿਆਹ ਦਾ ਦਿਨ ਲੰਘ ਜਾਣਾ। ਅੱਗੇ ਜਾਂਦਾ ਤੇ ਮਹਾਰਾਜ ਜੰਗ ਕਰਨ ਵਾਸਤੇ ਤਿਆਰ ਬੈਠੇ ਨੇ। ਇਹ ਤੇ ਗੱਲ ਉਹ ਬਣ ਗਈ ਹੈ ਜਿਹੜੀ ਕਦੇ ਵੀ ਨਹੀਂ ਬਣ ਸਕਦੀ ਹੈ। ਚੇਤਵਤ ਗਿਰਪਤ ਸਕਲ ਬੁਲਾਏ। ਇਹ ਰਾਜਾ ਬੜੀ ਚਿੰਤਾ ਵਿੱਚ ਪੈ ਗਿਆ, ਪਰ ਹੁਣ ਮੱਤੀ ਕੰਮ ਨਹੀਂ ਕਰਦੀ, ਦਿਮਾਗ ਨਹੀਂ ਕੰਮ ਕਰਦਾ ਵੀ ਕੀ ਕਰਾਂ। ਇਸ ਪਹਾੜੀਏ ਰਾਜੇ ਨੇ ਆਪਣੇ ਸਾਰੇ ਰਾਜੇ ਮਿੱਤਰ ਜਿਹੜੇ ਸਨ ਨਾਲ ਆਏ ਬਰਾਤ ਤੇ, ਉਹਨਾਂ ਨੂੰ ਆਪਣੇ ਕੋਲ ਬੁਲਾਇਆ ਹੈ। ਔਰ ਆਦਰ ਦੇ ਨਿਮਿਤ ਬਿਠਾਏ। ਬੜੇ ਮਾਣ ਦੇ ਨਾਲ ਉਹਨਾਂ ਨੂੰ ਕੋਲ ਬਿਠਾਇਆ ਹੈ। ਮਿਲ ਮਸਲਤ ਕੀ ਜੈ ਅਬ ਕੈਸੇ। ਇਹਨਾਂ ਨੇ ਫਿਰ ਸਲਾਹ ਕੀਤੀ ਕਿ ਰਾਜਾ ਪੁੱਛਣ ਲੱਗ ਪਿਆ ਭੀਮ ਚੰਦ ਵੀ ਸਲਾਹ ਦਿਓ। ਮਹਾਰਾਜ ਕਹਿੰਦੇ ਵੀ ਅੱਗੇ ਨਹੀਂ ਅਸੀਂ ਜਾਣਦੇ ਤੇ ਪਿੱਛੇ ਮੈਂ ਮੁੜ ਨਹੀਂ ਸਕਦਾ, ਹੁਣ ਤੁਸੀਂ ਦੱਸੋ ਵੀ ਆਪਾਂ ਕੀ ਕਰਨਾ ਕਰੀਏ। ਸੰਧੀ ਸਭਨ ਪਹੁੰਚਾ ਜੈਸੇ। ਤੇ ਉਸ ਵੇਲੇ ਸਾਰਿਆਂ ਨੇ ਇਹ ਗੱਲ ਸਮਝੀ ਹੈ ਵੀ ਕਿਸੇ ਤਰੀਕੇ ਦੇ ਨਾਲ ਪਹੁੰਚਣਾ ਕਰੀਏ। ਗੁਰੂ ਕਨੇ ਤੇ ਸੁਧ ਆਈ। ਤੇ ਗੁਰੂ ਪਾਸਿਓਂ ਇਹ ਖਬਰ ਆਈ ਹੈ। ਉਧਰ ਸਮਝੀ ਢੀਕਦੇ ਪਏ, ਕੁੜਮਾਚਾਰੀ ਨਵੀਂ ਉਡੀਕਦੀ ਪਈ ਹੈ ਕਿ ਇਸ ਦਿਨ ਨੂੰ ਬਰਾਤ ਹਲਕਾਰੇ ਜਾਂਦੇ ਨਾ ਚਿੱਠੀਆਂ ਲੈ ਕੇ ਰਸਤੇ ਵਿੱਚੋਂ ਵੀ ਅੱਜ ਇੱਥੇ ਆ ਗਈ ਹੈ ਬਰਾਤ, ਅੱਜ ਇੱਥੇ ਆ ਗਈ ਹੈ ਬਰਾਤ। ਉਹਨਾਂ ਨੂੰ ਰੋਜ਼ ਦੀ ਰੋਜ਼ ਖਬਰ ਦਿੱਤੀ ਜਾ ਰਹੀ ਹੈ ਤੇ ਨਵੇਂ ਸੰਬੰਧੀ ਉਡੀਕਦੇ ਪਏ ਨੇ ਕਿ ਕਦੋਂ ਬਰਾਤ ਆਵੇ। ਇਧਰੋਂ ਗੁਰੂ ਪਾਤਸ਼ਾਹ ਕਹਿੰਦੇ ਵੀ ਅਸੀਂ ਅੱਗੇ ਲੰਘਣ ਨਹੀਂ ਦੇਣਾ, ਅੱਗੇ ਜਾਣ ਨਹੀਂ ਦੇਣਾ। ਇਹ ਗੱਲ ਤੇ ਬੜੀ ਕਠਿਨ ਬਣ ਗਈ, ਔਖੀ ਬਣ ਗਈ ਹੈ। ਹੇਤ ਨਾ ਮੰਗ ਦ੍ਰਿੜ ਹੇਤ ਲੜਾਈ। ਤੇ ਸਤਿਗੁਰੂ ਪਾਤਸ਼ਾਹ ਰਸਤਾ ਨਹੀਂ ਦੇਣਗੇ ਕਿਉਂਕਿ ਉਹ ਲੜਾਈ ਦੀ ਪਹਿਲਾਂ ਤਿਆਰੀ ਕਰਕੇ ਬੈਠੇ ਹਨ। ਸੁਨ ਸੈਲੇਂਦਰ ਨਕਰ ਹੰਕਾਰਾ। ਜਦੋਂ ਇਹ ਭੀਮ ਚੰਦ ਨੇ ਆਖਿਆ ਨਾ ਵੀ ਮਹਾਰਾਜ ਅੱਗੇ ਨਹੀਂ ਜਾਣ ਦਿੰਦੇ, ਪਹਾੜੀ ਰਾਜੇ ਜਿਹੜੇ ਨੇ ਨਾ, ਕੁਝ ਰਾਜੇ ਉਹ ਨੇ ਜਿਹੜੇ ਚੁੱਕ ਚੁਕਾ ਕੇ ਤੇ ਲੜਾ ਕੇ ਤੇ ਮੇਲਾ ਵੇਖਣਾ ਚਾਹੁੰਦੇ। ਦੁਨੀਆ ਦੇ ਵਿੱਚ ਕੁਝ ਐਸੇ ਲੋਕ ਵੀ ਹੁੰਦੇ, ਅਗਲੇ ਦੇ ਘਰੇ ਅੱਗ ਲੱਗ ਕੇ ਤੇ ਆਪ ਪਿੱਛੇ ਵੇਖਦੇ ਰਹਿਣਾ ਤਮਾਸ਼ਾ। ਹੁਣ ਰਾਜੇ ਭਾਵੇਂ ਬਰਾਤ ਦੇ ਨਾਲ ਆਏ ਨੇ, ਪਰ ਉਹ ਤਮਾਸ਼ਾ ਵੀ ਵੇਖਣਾ ਚਾਹੁੰਦੇ ਵੀ ਇਹਨੂੰ ਚੁੱਕ ਚੁਕਾ ਕੇ ਮਹਾਰਾਜ ਨਾਲ ਲੜਾ ਦਈਏ, ਇਹ ਆਪੇ ਲੜਦਾ ਰਹੇਗਾ, ਨੁਕਸਾਨ ਇਹਦਾ ਹੋਵੇਗਾ, ਅਸੀਂ ਪਿੱਛੇ ਖਲੋ ਕੇ ਵੇਖਦੇ ਰਵਾਂਗੇ ਕੀ ਬਣਦਾ ਹੈ। ਉਹ ਜਿਹੜੇ ਪਹਾੜੀਏ ਸਨ ਉਹਨਾਂ ਨੇ ਫਿਰ ਇਹ ਸਲਾਹ ਦੇਣਾ ਕੀਤੀ ਹੈ। ਸਭ ਹਨ ਧੀਰਜ ਹੇਤ ਉਚਾਰਾ। ਸਾਰੇ ਕਹਿਣ ਲੱਗੇ ਵੀ ਧੀਰਜ ਰੱਖ ਭੀਮ ਚੰਦ, ਕੋਈ ਆਪਣੀ ਇਹਦੇ ਵਿੱਚ ਮਾੜੀ ਗੱਲ ਨਹੀਂ ਹੈ। ਤਰਾਸ ਚਿਤ ਮੈਂ ਤੁਮ ਕੀਨੋ। ਤੂੰ ਕੀ ਆਪਣੇ ਮਨ ਵਿੱਚ ਡਰਦਾ ਪਿਆ? ਕਿਉਂ ਤੂੰ ਆਪਣੇ ਮਨ ਵਿੱਚ ਡਰਦਾ ਹੈ? ਕਿ ਤੂੰ ਕਟਕ ਇਕੱਤਰ ਕਰ ਲੈਨੋ। ਆਪਾਂ ਏਡੀ ਵੱਡੀ ਫੌਜ ਲੈ ਕੇ ਆਏ, ਉਹਨਾਂ ਦੇ ਚੁੱਕਣ ਤੋਂ ਭਾਵ ਇਹ ਹੈ ਵੀ ਇਹ ਸਾਡੀ ਚੁੱਕਣਾ ਵਿੱਚ ਆ ਕੇ ਲਾੜੀ ਪਵੇ ਮਹਾਰਾਜ ਨਾਲ।
ਕਹਿਣ ਲੱਗੇ ਵੀ ਭੀਮ ਚੰਦ ਰਾਜਾ ਤੂੰ ਕਿਉਂ ਡਰਦਾ ਪਿਆ? ਵੇਖ ਆਪਣੇ ਨਾਲ ਕਿੰਨੀ ਵੱਡੀ ਫੌਜ ਆਈ ਹੈ, ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਨੇ, ਕਿੰਨਾ ਵੱਡਾ ਆਪਣੇ ਕੋਲ ਗੋਲੀ ਬਰੂਦ ਤੇ ਹਥਿਆਰ ਹੈ। ਸਾਨੂੰ ਡਰ ਕਿਸ ਗੱਲ ਦਾ? ਤੂੰ ਚਿੰਤਾ ਕਿਉਂ ਕਰਦਾ ਹੈ? ਸਿੱਧੇ ਗਮਨੇ ਪੰਥ ਮਝਾਰੇ। ਆਪਾਂ ਤੇ ਸਿੱਧੇ ਹੀ ਜਾਵਾਂਗੇ। ਕਈ ਅੜੀਆਂ ਰਾਜੇ ਵਿੱਚ ਬੈਠੇ ਸਨ, ਉਹਨਾਂ ਨੇ ਹੋਰ ਅੱਗ ਦੇ ਉੱਪਰ ਤੇਲ ਪਾਉਣ ਵਾਲਾ ਕੰਮ ਕੀਤਾ। ਕਹਿਣ ਲੱਗੇ ਵੀ ਅਸੀਂ ਤੇ ਨਹੀਂ ਇਹ ਗੱਲ ਕਹਿੰਦੇ ਵੀ ਪਿੱਛੇ ਮੁੜੀਏ, ਅਸੀਂ ਤੇ ਸਲਾਹ ਇਹ ਦਿੰਦੇ ਆ ਵੀ ਸਿੱਧਾ ਹੀ ਚੱਲੀਏ, ਜੋ ਹੋਵੇਗੀ ਉਸ ਨੂੰ ਵੇਖ ਲੈਣਾ ਕਰਾਂਗੇ। ਮਨ ਅਰ ਹੈ ਜੇ ਆਏ ਅਗਾਰੇ। ਜੇ ਸਤਿਗੁਰੂ ਪਾਤਸ਼ਾਹ ਸਾਡੇ ਦੁਸ਼ਮਣ ਬਣ ਕੇ ਅੱਗੋਂ ਲੜਨਗੇ ਜਾਂ ਸਾਡੇ ਰਸਤੇ ਨੂੰ ਅੱਗੋਂ ਰੋਕਣਾ ਕਰਨਗੇ, ਬੀਨ ਬੀਨ ਹਮ ਸੁਭੜ ਬਟੋਰੇ। ਤੇ ਅਸੀਂ ਵੀ ਆਪਣੇ ਸੂਰਮੇ ਚੋਣਵੇਂ ਕੱਢਾਂਗੇ ਵਿੱਚੋਂ ਫੌਜ ਦੇ ਬਾਹਰ, ਜਿਹੜੇ ਬਹੁਤਾ ਲੜਨਾ ਜਾਣਦੇ ਹੋਣਗੇ, ਬਹੁਤੇ ਬਲ ਵਾਲੇ ਹੋਣਗੇ, ਉਹਨਾਂ ਸੂਰਮਿਆਂ ਨੂੰ ਚੁਣ ਕੇ ਵਿੱਚੋਂ ਬਾਹਰ ਕੱਢਿਆ ਜਾਏਗਾ। ਇਹ ਘਾਲ ਦੇ ਉੱਪਰ ਦੌਰੇ। ਤੇ ਫਿਰ ਸਾਡੇ ਸੂਰਮੇ ਹਮਲਾ ਕਰਨਗੇ ਤੇ ਦੁਸ਼ਮਣ ਦੇ ਭਾਲ ਕੇ ਗੁਰੂ ਪਾਤਸ਼ਾਹ ਦੀ ਫੌਜ ਦੇ ਉੱਪਰ ਹਮਲਾ ਕਰਦੇ ਹਨ। ਸਾਡੇ ਕੋਲ ਵੀ ਸੂਰਮਿਆਂ ਦੀ ਕਮੀ ਕੋਈ ਨਹੀਂ ਹੈ, ਫੌਜ ਸਾਡੇ ਕੋਲ ਵੀ ਵੱਡੀ ਹੈ ਤੇ ਬੜੇ ਵੱਡੇ ਬਲ ਵਾਲੇ ਸਾਡੇ ਸੂਰਮੇ। ਅਸੀਂ ਇਹਨਾਂ ਨੂੰ ਹੁਕਮ ਦੇ ਕੇ ਤੇ ਮਹਾਰਾਜ ਦੇ ਉੱਪਰ ਹਮਲਾ ਕਰ ਦੇਵਾਂਗੇ। ਸਭਨ ਧਕਾਵੇਂ ਕਰੇ ਕਿਨਾਰੇ। ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਰਸਤਾ ਨਹੀਂ ਦੇਣਾ। ਭੀਮ ਚੰਦ ਆਪਣੇ ਕੋਲ ਫੌਜ ਇੰਨੀ ਵੱਡੀ ਹੈ ਕਿ ਮਹਾਰਾਜ ਦੀ ਫੌਜ ਨੂੰ ਧੱਕ ਕੇ ਆਪਾਂ ਪਿੱਛੇ ਕਰ ਦੇਣਾ ਹੈ। ਦ੍ਰਿੜ ਹਵੈ ਕਰੈ ਰਹੇ ਬਲ ਭਾਰੇ। ਅਸੀਂ ਇੰਨਾ ਬਲ ਵਿਖਾਵਾਂਗੇ, ਇੰਨੀ ਤਾਕਤ ਵਿਖਾਵਾਂਗੇ ਵੀ ਮਹਾਰਾਜ ਦੀ ਫੌਜ ਨੂੰ ਧੱਕ ਕੇ ਜਮਨਾ ਦੇ ਇੱਕ ਕਿਨਾਰੇ ਲਾ ਦਿਆਂਗੇ। ਤੇ ਫਿਰ ਸਾਡੇ ਕੁਝ ਸਿਪਾਹੀ ਉੱਤੇ ਖਲੋਤੇ ਰਹਿਣਗੇ ਮਹਾਰਾਜ ਦੀ ਫੌਜ ਨੂੰ ਢੱਕ ਕੇ। ਇਹਨੇ ਚਿਰ ਨੂੰ ਆਪਾਂ ਜਮਨਾ ਪਾਰ ਕਰ ਜਾਵਾਂਗੇ। ਇਸ ਤਰ੍ਹਾਂ ਬਾਕੀ ਜਿਹੜੇ ਪਹਾੜੀਏ ਰਾਜ ਨੂੰ ਸਲਾਹ ਦਿੰਦੇ ਹਨ, ਗੁਰਕਾਂ ਸ਼ਲਖਨ ਮਾਰੇ ਤੱਕ ਹੀ। ਸਾਡੇ ਕੋਲ ਕਿੰਨਾ ਗੋਲੀ ਬਰੂਦ ਹੈ, ਕਿੰਨੀਆਂ ਬੰਦੂਕਾਂ ਨੇ, ਕਿੰਨੀਆਂ ਸਾਡੇ ਕੋਲ ਅਸਲਾ ਹੈ, ਅਸੀਂ ਤੱਕ ਕੇ ਮਹਾਰਾਜ ਦੇ ਸੂਰਮਿਆਂ ਨੂੰ ਉਸ ਵੇਲੇ ਗੋਲੀ ਚਲਾਵਾਂਗੇ। ਇਹ ਬਹੀਰ ਪਰ ਆਇ ਨ ਸਕਹੀ। ਤੇ ਸਾਡੀ ਫੌਜ ਦੇ ਉੱਪਰ ਦੁਸ਼ਮਣ ਨਹੀਂ ਆ ਸਕਦੇ, ਜਾਂ ਜਿਹੜੇ ਸਾਡੇ ਨਾਲ ਰਿਸ਼ਤੇਦਾਰੇ ਜਾ ਰਹੇ ਨੇ, ਸਾਖ ਸੰਬੰਧੀ ਜਾ ਰਹੇ ਨੇ, ਇਹਨਾਂ ਦੇ ਉੱਪਰ ਮਹਾਰਾਜ ਦੀ ਫੌਜ ਆ ਨਹੀਂ ਸਕੇਗੀ। ਐਸੀ ਵੱਡੀ ਸਾਡੀ ਫੌਜ ਜਿਹੜੀ ਹੈ ਦੁਸ਼ਮਣ ਤੇ ਹਮਲਾ ਕਰੇਗੀ। ਸਨੇ ਸਨੇ ਮਗ ਲੰਘੈ ਸਾਰੇ। ਤੇ ਹੌਲੀ ਹੌਲੀ ਆਪਾਂ ਸਾਰੇ ਜਮਨਾ ਪਾਰ ਕਰ ਜਾਵਾਂਗੇ। ਜਮਨਾ ਪਾਰ ਕਰਨਾ ਕੋਈ ਔਖੀ ਬਾਤ ਨਹੀਂ ਹੈ। ਚੜ ਨੌਕਾ ਜਮਨਾ ਪਰ ਪਾਰੇ। ਇਹ ਨੌਕਾ ਕੀ ਹੈ, ਬੇੜੀ ਤੇ ਚੜ ਕੇ ਆਪਾਂ ਸਾਰੇ ਜਾਣੇ ਜਮਨਾ ਪਾਰ ਕਰਾਂਗੇ। ਇਹ ਦੂਜੇ ਰਾਜੇ ਜਿਹੜੇ ਨਾਲ ਆਏ ਨੇ ਬਰਾਤ ਦੇ, ਉਹ ਭੀਮ ਚੰਦ ਰਾਜੇ ਨੂੰ ਸਲਾਹ ਦੇ ਰਹੇ ਹਨ। ਸਭ ਸਮਾਜ ਪਰਲੇ ਹੋਏ ਕੂਲ। ਤੇ ਜਦੋਂ ਸਾਡਾ ਸਾਰਾ ਸਮਾਨ ਜਮਨਾ ਪਾਰ ਕਰਕੇ ਦੂਜੇ ਕਿਨਾਰੇ ਤੇ ਪਰਲੇ ਪਾਸੇ ਅਸੀਂ ਚਲੇ ਜਾਵਾਂਗੇ, ਜੇਕਰ ਇੱਕ ਵਾਰ ਦਲ ਹੂਲ। ਤੇ ਅਸੀਂ ਇੱਕੇ ਵਾਰੀ ਆਪਣੀ ਫੌਜ ਦਾ ਧੱਕਾ ਦੇਵਾਂਗੇ ਮਹਾਰਾਜ ਨੂੰ, ਤੇ ਧੱਕ ਕੇ ਆਪਾਂ ਸਾਰਿਆਂ ਨੂੰ ਪਿੱਛੇ ਸੁੱਟ ਦੇਣਾ ਹੈ। ਤੇਰੇ ਮਹਿਤਮ ਕਰੀਏ ਸ਼ੂਟ। ਅਤੇ ਫਿਰ ਮਹਾਰਾਜ ਦੇ ਡੇਰੇ ਦੇ ਉੱਪਰ ਹਮਲਾ ਕਰ ਦਿਆਂਗੇ। ਪਹਿਲਾਂ ਆਪਾਂ ਮਹਾਰਾਜ ਦੀ ਫੌਜ ਨੂੰ ਪਿੱਛੇ ਧੱਕੀਏ, ਧੱਕ ਕੇ ਤੇ ਬੇੜੀਆਂ 'ਚ ਬੈਠ ਕੇ ਬੜੀ ਛੇਤੀ ਦੇ ਨਾਲ ਜਮਨਾ ਪਾਰ ਕਰੀਏ। ਜਦੋਂ ਸਾਡੇ ਸਾਥ ਸੰਬੰਧੀ ਰਿਸ਼ਤੇਦਾਰ ਜਮਨਾ ਪਾਰ ਕਰ ਲੈਣਗੇ, ਫਿਰ ਆਪਾਂ ਵਾਪਸ ਮੁੜ ਕੇ ਆਵਾਂਗੇ ਜਿੱਥੇ ਮਹਾਰਾਜ ਡੇਰਾ ਬਣਾ ਕੇ ਬੈਠੇ। ਫਿਰ ਸਤਿਗੁਰਾਂ ਦੇ ਡੇਰੇ ਦੇ ਉੱਪਰ ਹਮਲਾ ਹੋ ਦਿਆਂਗੇ। ਸ਼ਸਤਰ ਬਸਤਰ ਧਨ ਵੀ ਜਾਲੂ। ਮਹਾਰਾਜ ਦੇ ਕੋਲ ਜਿੰਨੇ ਸ਼ਸਤਰ ਨੇ, ਜਿੰਨੇ ਮਹਾਰਾਜ ਦੇ ਕੋਲ ਸੋਹਣੇ ਵਸਤਰ ਨੇ, ਜਿੰਨਾ ਵੀ ਧਨ ਹੈ, ਉਹ ਫਿਰ ਸਾਰਾ ਆਪਾਂ ਮਹਾਰਾਜ ਦੇ ਡੇਰੇ ਵਿੱਚੋਂ ਲੁੱਟ ਲੈਣਾ ਹੈ। ਤਲ ਬਲ ਤੇ ਗੁਰਸੈਨ ਹਟਾਏ। ਸਾਡੇ ਕੋਲ ਫੌਜ ਵੱਡੀ ਹੈ, ਸਾਡੇ ਕੋਲ ਬਲ ਬਹੁਤਾ ਹੈ, ਆਪਾਂ ਤਾਕਤ ਦੇ ਨਾਲ ਮਹਾਰਾਜ ਨੂੰ ਹਟਾ ਦੇਣਾ ਹੈ। ਮੁਕਤ ਕਲੈ ਨਿਸ਼ਾਨ ਬਜਾਏ। ਮਹਾਰਾਜ ਦਾ ਡੇਰਾ ਵੀ ਲੁੱਟਾਂਗੇ, ਨਾਲੇ ਨਗਾਰੇ ਵਜਾਵਾਂਗੇ, ਨਾਲੇ ਲਲਕਾਰੇ ਮਾਰਾਂਗੇ, ਨਾਲੇ ਬੰਗਾਰਾਂਗੇ ਮਹਾਰਾਜ ਨੂੰ, ਨਾਲੇ ਡੇਰਾ ਲੁੱਟ ਲਵਾਂਗੇ, ਧਨ ਵੀ ਲੁੱਟਾਂਗੇ, ਸ਼ਸਤਰ ਵੀ ਲੁੱਟਾਂਗੇ, ਘੋੜੇ ਵੀ ਮਹਾਰਾਜ ਦੇ ਕੋਲ ਲਵਾਂਗੇ। ਐਸੇ ਰੰਗ ਦੇ ਨਾਲ ਆਪਾਂ ਚੱਲ ਕੇ ਜਾਣਾ ਹੈ। ਜਸਵਾਲ ਕੇਸਰੀ ਚੰਦ। ਇਹ ਜਿਹੜਾ ਕੇਸਰੀ ਚੰਦ ਰਾਜਾ ਇਹ ਸਲਾਹ ਦਿੰਦਾ ਪਿਆ। ਇਹ ਸਲਾਹ ਪਤਾ ਕਿਉਂ ਦਿੰਦਾ? ਇਹ ਆਇਆ ਸੀ ਇੱਕ ਵਾਰੀ ਅਨੰਦਪੁਰ ਸਾਹਿਬ ਮਹਾਰਾਜ ਦੇ ਕੋਲ। ਉਦੋਂ ਵੀ ਇਹਨੇ ਤਿੰਗੜ ਕੇ ਇਹੋ ਜਿਹੀਆਂ ਗੱਲਾਂ ਦੋ ਚਾਰ ਕੀਤੀਆਂ ਹੰਕਾਰ ਵਾਲੀਆਂ, ਤੇ ਸਤਿਗੁਰਾਂ ਨੇ ਸੂਰਮਿਆਂ ਨੂੰ ਆਖਿਆ ਵੀ ਲੰਮੇ ਪਾ ਲਓ। ਤੇ ਕੇਸਰੀ ਚੰਦ ਨੂੰ ਚੰਗਾ ਬਣਾ ਕੇ ਕੁੱਟਿਆ ਸੀ ਉਸ ਵੇਲੇ, ਤੇ ਕੁੱਟ ਕੇ ਇਹਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਕੱਢਿਆ ਸੀ ਇਸ ਰਾਜੇ ਨੇ। ਇਹ ਮਹਾਰਾਜ ਦੇ ਸੂਰਮਿਆਂ ਦੇ ਕੋਲੋਂ ਚੰਗੀ ਤਰ੍ਹਾਂ ਸ਼ਿਕਰ ਖਾ ਕੇ ਗਿਆ, ਤੇ ਹੁਣ ਉਹ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਚਾਹੁੰਦਾ ਵੀ ਮੈਂ ਪਿੱਛੇ ਰਵਾਂ ਤੇ ਭੀਮ ਚੰਦ ਨੂੰ ਅੱਗੇ ਕਰਾਂ, ਵੀ ਇਹ ਅੱਗੇ ਹੋ ਕੇ ਲੜੇ, ਨਾਲੇ ਮੇਰਾ ਬਦਲਾ ਲਵੇ, ਨਾਲੇ ਆਪ ਮਹਾਰਾਜ ਨੂੰ ਵੈਰ ਪਾਵੇ।
ਇਹ ਕੇਸਰੀ ਚੰਦ ਰਾਜੇ ਦੀ ਸਲਾਹ ਉਸ ਵੇਲੇ ਦਿੱਤੀ ਗਈ ਹੈ। ਗੋਪਾਲ ਗੁਲੇਰ ਨਰਿੰਦਰ ਕਹਿਣ ਲੱਗੇ ਵੀ ਇੱਥੇ ਗੋਪਾਲ ਨਾਮ ਦਾ ਇੱਕ ਰਾਜਾ ਹੈ ਤੇ ਗੁਲੇਰ ਉਹਦੀ ਰਿਆਸਤ ਹੈ। ਇਹ ਗੁਲੇਰ ਰਿਆਸਤ ਦਾ ਇਹ ਰਾਜਾ ਹੈ। ਸੰਗ ਕਿਰਪਾਲ ਕਪੂਚਨਿਆ ਤੇ ਨਾਲ ਹੀ ਕਿਰਪਾਲ ਚੰਦ ਰਾਜਾ ਕਪੂਚੀਆ ਇਤਿਆਦਿਕ ਜਿਹੜੇ ਹੋਰ ਹਨ। ਪਰਸਪਰ ਚਲਨ ਸੰਵਾਦ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋਈ ਹੈ। ਕੋਈ ਆਖਦਾ ਵੀ ਹਾਂ ਜੰਗ ਕਰੀਏ, ਕੋਈ ਆਖਦਾ ਨਾ ਕਰੀਏ, ਆਪਸ ਵਿੱਚ ਗੱਲਾਂ ਕਰਦੇ ਹਨ। ਭੀਮ ਚੰਦ ਸਤਿਗੁਰ ਕੋ ਜਾਣੈ ਪਰ ਗੁਰਮੁਖੋ ਸੂਰਮਤਾਈ ਉਹ ਹੁੰਦੀ ਹੈ ਜਿਹੜਾ ਦੁਸ਼ਮਣ ਵੀ ਜਾਣੇ ਵੀ ਹਾਂ ਸੂਰਮਾ ਹੈ। ਆਪਣੇ ਘਰ ਦੇ ਵਿੱਚ ਇਹ ਵੀ ਸੂਰਮਾ ਬਣਦਾ। ਤੇ ਸਿਆਣੇ ਕਹਿੰਦੇ ਵੀ ਗਲੀ ਦਾ ਕੁੱਤਾ ਸ਼ੇਰ ਹੁੰਦਾ ਆਪਣੀ ਗਲੀ ਦੀ। ਪਤਾ ਉਦੋਂ ਲੱਗਦਾ ਜਦੋਂ ਦੂਜੇ ਦੀ ਗਲੀ ਬਣੀ ਹੈ। ਜੇ ਉੱਥੇ ਉਹ ਜਿਹਾ ਸ਼ੇਰ ਹੋਰ ਬੈਠਾ ਹੋਵੇ ਫਿਰ ਭੱਜਣ ਲੱਗਿਆ ਰਾਹ ਕੋਈ ਨਹੀਂ ਲੱਭਦਾ। ਆਪਣੇ ਘਰ ਵਿੱਚ ਸਾਰੇ ਸੂਰਮੇ ਨੇ, ਸਾਰੇ ਬਹਾਦਰ ਨੇ। ਪਰ ਬਹਾਦਰੀ ਤਾਂ ਹੈ ਜੇ ਕੋਈ ਦੂਜਾ ਤਾਰੀਫ ਕਰੇ, ਦੂਜਾ ਜਾਣੇ, ਦੁਸ਼ਮਣ ਜਾਣੇ ਬਹਾਦਰੀ ਨੂੰ। ਬਹਾਦਰੀ ਤਾਂ ਹੁੰਦੀ ਹੈ। ਇਹ ਰਾਜੇ ਕਹਿੰਦੇ ਵੀ ਮਹਾਰਾਜ ਨੂੰ ਧੱਕ ਕੇ ਪਿੱਛੇ ਕਰ ਦਈਏ, ਫੌਜਾਂ ਮਹਾਰਾਜ ਦੀਆਂ ਜਬਨਾਂ ਪਾਰ ਹੋ ਜਾਣਗੀਆਂ, ਡੇਰਾ ਆਪਾਂ ਲੁੱਟ ਲਾਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਗੱਲਾਂ ਨਾਲ ਜਿੰਨਾ ਮਰਜ਼ੀ ਕਰੀ ਜਾਓ, ਗੱਲਾਂ ਨਾਲ ਥੋੜੀ ਗੱਲ ਬਣਦੀ। ਪਰ ਭੀਮ ਚੰਦ ਜਾਣਦਾ ਮਹਾਰਾਜ ਨੂੰ। ਭੀਮ ਚੰਦ ਸੋਚਦਾ ਪਿਆ ਵੀ ਇਹ ਐਵੇਂ ਗੱਲਾਂ ਕਰਦੇ ਪਰ ਮੈਨੂੰ ਫਸਾਉਣਾ ਚਾਹੁੰਦੇ ਨੇ। ਉਪਰੀ ਸਿਰ ਮੇਰਾ ਇਹਨਾਂ ਨੂੰ ਦੇਣਾ, ਆਪ ਇਹਨਾਂ ਪਿੱਛੇ ਹਟ ਜਾ। ਭੀਮ ਚੰਦ ਜਾਣਦਾ ਹੈ ਮਹਾਰਾਜ ਦੀ ਤਾਕਤ, ਜਾਣ ਕੇ ਤੇ ਉਸ ਵੇਲੇ ਸੋਚਦਾ ਹੈ ਆਯੁਧ ਧਾਰੀ ਵੀਰ ਪਛਾਨੈ। ਭੀਮ ਚੰਦ ਜਾਣਦਾ ਵੀ ਮਹਾਰਾਜ ਨੇ ਸ਼ਸਤਰ ਜਿਹੜੇ ਪਾਏ ਨੇ ਵਿਖਾਉਣ ਵਾਸਤੇ ਨਹੀਂ ਪਾਏ। ਬਾਕੀ ਹੀ ਮਹਾਰਾਜ ਸੂਰਮੇ ਨੇ ਤੇ ਸ਼ਸਤਰਾਂ ਦੀ ਉਹਨਾਂ ਨੇ ਲਾਜ ਰੱਖਣੀ ਹੈ। ਸ਼ਸਤਰ ਪਾਏ ਦਾ ਕਮਾਲ ਉਹਨਾਂ ਨੇ ਵਿਖਾਉਣਾ ਹੈ। ਇਹ ਗੱਲਾਂ ਨਾਲ ਕਹਿੰਦੇ ਵੀ ਮਹਾਰਾਜ ਨੂੰ ਪਿੱਛੇ ਧੱਕ ਦਿਆਂਗੇ ਪਰ ਅੱਗੇ ਹੋ ਕੇ ਧੱਕੇਗਾ ਕੌਣ? ਦਿੱਲੀ ਦੇ ਗਾ ਟੱਲੀ ਕੌਣ ਬੰਨੇ? ਟੱਲੀ ਬੰਨਣੀ ਤੇ ਹੈ, ਇਹਦੇ ਚੂਹੇ ਸਲਾਹਾਂ ਕਰਦੇ ਰੋਜ਼, ਪਰ ਬੰਨ ਕੇ ਕਿਹੜਾ? ਇਹ ਜਾਣਦਾ ਪਿਆ, ਭੀਮ ਚੰਦ ਜਾਣਦਾ ਹੈ ਵੀ ਇਹ ਮਹਾਰਾਜ ਸੂਰਮੇ ਨੇ। ਸਤਿਗੁਰਾਂ ਨੂੰ ਧੱਕਣਾ ਬੜੀ ਮੁਸ਼ਕਲ ਗੱਲ ਹੈ। ਨਰਵੇ ਕੀ ਮਸਲਤ ਮਾਨੀ, ਇਹ ਲੜਨ ਵਾਲੀ ਗੱਲ ਚੰਗੀ ਨਹੀਂ। ਉਹਨੂੰ ਪਤਾ ਵੀ ਮੇਰੇ ਪੁੱਤਰ ਦਾ ਵਿਆਹ, ਇਹ ਕਲੇਸ਼ ਸਾਰਾ ਮੇਰੇ ਗੱਲ ਪੈਣਾ, ਨੁਕਸਾਨ ਵੀ ਮੇਰਾ ਹੋਣਾ। ਇਹਨਾਂ ਨੇ ਮੈਨੂੰ ਗਾਹ ਕਰਕੇ ਆਪ ਇਹਨਾਂ ਨੇ ਪਿੱਛੇ ਮੁੜ ਜਾਣਾ। ਇਹ ਤਮਾਸ਼ਾ ਵੇਖਣ ਵਾਲੇ ਰਾਜੇ ਵੀ ਇੱਕ ਦੂਜੇ ਨਾਲ ਦਗਾ ਕਰਦੇ ਨਾ, ਫਰੇਬ ਕਰਦੇ, ਰਾਜਨੀਤੀ ਕਰਦੇ। ਭੀਮ ਚੰਦ ਜਾਣਦਾ ਵੀ ਇਹਨਾਂ ਨੇ ਮੈਨੂੰ ਮਹਾਰਾਜ ਦੇ ਨਾਲ ਸਿੰਘ ਵਸਾ ਕੇ ਇਹਨਾਂ ਨੇ ਪਿੱਛੇ ਹੋ ਜਾਣਾ, ਨੁਕਸਾਨ ਮੇਰਾ ਹੋਣਾ ਹੈ। ਇਸ ਵੇਲੇ ਮੈਨੂੰ ਗੁਰੂ ਪਾਤਸ਼ਾਹ ਦੇ ਨਾਲ ਲੜਨਾ ਨਹੀਂ ਚਾਹੀਦਾ ਹੈ। ਅੱਛੀ ਦੁਖਦਾਨ ਮਾਹੀ, ਇਹ ਗੱਲ ਚੰਗੀ ਨਹੀਂ ਹੈ, ਇਹ ਗੱਲ ਅੱਛੀ ਨਹੀਂ ਹੋਵੇਗੀ, ਇਹ ਗੱਲ ਦੁਖਦਾਈ ਹੈ। ਲੜਨਾ ਮਹਾਰਾਜ ਦੇ ਨਾਲ ਇਸ ਵੇਲੇ ਠੀਕ ਨਹੀਂ। ਉਹ ਵਜ਼ੀਰ ਉਲੰਘਣ ਕੀ ਬਾਤ। ਉਸ ਵੇਲੇ ਇਹਨੇ ਰਾਜਿਆਂ ਨੂੰ ਛੱਡ ਕੇ ਤੇ ਆਪਣੇ ਵਜ਼ੀਰ ਨੂੰ ਪੁੱਛਿਆ, ਕਹਿਣ ਲੱਗਾ ਵਜ਼ੀਰ ਤੂੰ ਦੱਸ ਵੀ ਲੰਘਣ ਦੀ ਗੱਲ ਬਣੇ ਤੇ ਫਿਰ ਕਿਵੇਂ ਬੰਨਾ ਕਰੇ? ਕਿਉਂ ਰਹਿ ਆਏ ਵਿਆਹ ਕੀ ਬਾਤ। ਇਹ ਵਿਆਹ ਦੀ ਗੱਲ ਕਿਵੇਂ ਰਵੇ, ਤੂੰ ਸਲਾਹ ਦੇ। ਇਹ ਰਾਜੇ ਤੇ ਮੈਨੂੰ ਚੁੱਕਣਾ ਦਿੰਦੇ ਪਿਆ ਵੀ ਮਹਾਰਾਜ ਨਾਲ ਜਾ ਕੇ ਤੂੰ ਮੱਥਾ ਲਾ ਲਾ, ਪਰ ਮੱਥਾ ਨਹੀਂ ਮੈਂ ਲਾਉਣਾ ਚਾਹੁੰਦਾ। ਤੂੰ ਸਲਾਹ ਦੇ ਵੀ ਆਪਾਂ ਕਿਵੇਂ ਕਰਨਾ ਕਰੀਏ। ਹੋਰ ਢਿੱਗ ਦਲ ਕੇ ਤੱਕ ਮਿਲ ਗਏ। ਮਹਾਰਾਜ ਦੇ ਕੋਲ ਕਿੰਨੀ ਕੁ ਵੱਡੀ ਫੌਜ ਤੂੰ ਦੱਸਣਾ ਕਰ। ਕਰਾਈ ਥਾਂ ਤੋਂ ਭਇਓ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਵੇਲੇ ਕਿਵੇਂ ਸਰਦਾਰੀ ਮਾਣਦੇ ਪਏ ਉਹ ਵੀ ਦੱਸ। ਜੇ ਭੇਜ ਲੈਣਾ ਚਾਹੁੰਦਾ ਵੀ ਮਹਾਰਾਜ ਕਿੰਨੀ ਕੁ ਇਸ ਵੇਲੇ ਪੋਜੀਸ਼ਨ ਵਿੱਚ, ਤਾਕਤ ਵਿੱਚ ਨੇ, ਪੁੱਛਦਾ ਪਿਆ ਵੀ ਮਹਾਰਾਜ ਕੋਲ ਕਿੰਨੀ ਕੁ ਫੌਜ ਹੈ। ਮਤ ਮੈਂ ਆਵਤ ਕਹੋ ਕੈਸੇ। ਤੁਸੀਂ ਬੜੇ ਸਿਆਣੇ ਹੋ ਮੰਤਰੀ ਜੀ, ਤੁਸੀਂ ਸਲਾਹ ਦਿਓ ਕਿ ਤੇਰੀ ਮਤ ਵਿੱਚ ਕੀ ਗੱਲ ਆਉਂਦੀ ਹੈ। ਇਹਦਾ ਨਫਰ ਆਨ ਕਰ ਜੈਸੇ। ਐਸੀ ਸਲਾਹ ਦੇ ਵੀ ਮੇਰਾ ਕੰਮ ਵੀ ਹੋ ਜਾਵੇ ਤੇ ਵਿਗੜ ਵੀ ਨਾ ਪਏ। ਰਾਜੇ ਨੇ ਮੰਤਰੀ ਨੂੰ ਪੁੱਛਿਆ, ਕਿਉਂਕਿ ਮੰਤਰੀ ਜਿਹੜਾ ਨਾ ਰਾਜੇ ਦਾ ਵਫਾਦਾਰ ਹੁੰਦਾ ਵੀ ਇਹ ਮੇਰਾ ਮਾਲਕ ਹੈ, ਮੈਂ ਇਹਦੇ ਨਾਲ ਕੰਮ ਕਰਨਾ। ਤੇ ਦੂਜੇ ਤੀਜੇ ਜਿਹੜੇ ਰਾਜੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹਦਾ ਦੇਸ਼ ਵੱਖਰਾ, ਸਾਡਾ ਵੱਖਰਾ, ਚੰਗਾ ਸਗੋਂ ਲੜ ਮਾਰ ਕੇ ਕਮਜ਼ੋਰ ਹੋਵੇ। ਹੁਣ ਰਾਜਾ ਵੀ ਜਾਣਦਾ, ਆਪਣੇ ਮੰਤਰੀ ਨੂੰ ਪੁੱਛਦਾ ਹੈ। ਸੁਤ ਬੈਨ ਪ੍ਰਧਾਨ ਬਖਾਨਾ, ਸੁਣ ਕੇ ਉਹ ਜਿਹੜਾ ਵਜ਼ੀਰ ਹੈ ਨਾ ਉਸ ਵੇਲੇ ਫਿਰ ਉੱਤਰ ਦੇਣ ਲੱਗਾ ਹੈ। ਸਭ ਕਰਿੰਦਰ ਤੁਮ ਬਹੁ ਬੁੱਧਵਾਨ। ਕਹਿਣ ਲੱਗੇ ਵੀ ਰਾਜਿਓ ਤੁਸੀਂ ਬਹੁਤ ਜ਼ਿਆਦਾ ਸਿਆਣੇ ਹੋ। ਇੱਕ ਚਮੂ ਵੀ ਅਹਿ ਮਹਾਨ। ਜਿਹੜੀ ਗੱਲ ਇਹ ਹੈ ਨਾ ਵੀ ਮਹਾਰਾਜ ਨੂੰ ਧੱਕ ਕੇ ਪਿੱਛੇ ਕਰ ਦਈਏ। ਵਜ਼ੀਰ ਕਹਿੰਦਾ ਵੀ ਮੈਂ ਸਹਿਮਤ ਨਹੀਂ, ਮਹਾਰਾਜ ਵੀ ਬੜੀ ਵੱਡੀ ਫੌਜ ਰੱਖ ਕੇ ਬੈਠੇ ਹੋਏ ਹਨ। ਨਾ ਹੋਵੋ ਗੁਰੂ ਸਮਾਨ। ਪਰ ਇੱਕ ਗੱਲ ਮੈਂ ਹੋਰ ਵੇਖੀ ਹੈ, ਆਪਣੇ ਕੋਲ ਫੌਜ ਹੋ ਸਕਦਾ ਮਹਾਰਾਜ ਨਾਲੋਂ ਜ਼ਿਆਦੀ ਹੋਵੇ, ਮਹਾਰਾਜ ਕੋਲ ਘੱਟ ਹੋਵੇ, ਪਰ ਸਾਡੀ ਜ਼ਿਆਦੀ ਫੌਜ ਵੀ ਮਹਾਰਾਜ ਦੇ ਸੂਰਮਿਆਂ ਦੇ ਬਰਾਬਰ ਨਹੀਂ ਜੇ ਹੋਣੀ। ਇਹ ਮੈਂ ਵੇਖ ਕੇ ਆਇਆ, ਜਿਹੜਾ ਵੇਖ ਕੇ ਗਿਆ ਨਾ ਉਹ ਦੱਸਦਾ ਪਿਆ। ਮੈਂ ਮਹਾਰਾਜ ਦੀ ਫੌਜ ਵੇਖੀ ਹੈ, ਸੂਰਮੇ ਵੇਖੇ ਨੇ, ਉਹਨਾਂ ਦਾ ਨਿਤਨੇਮ ਵੇਖਿਆ, ਉਹਨਾਂ ਦਾ ਜੀਵਨ ਵੇਖਿਆ, ਉਹਨਾਂ ਦਾ ਸ਼ਸਤਰਾਂ ਨਾਲ ਪਿਆਰ ਵੇਖਿਆ।
ਸਾਡੀ ਫੌਜ ਜਿਹੜੀ ਹੈ ਤਨਖਾਹਾਂ ਲੈ ਕੇ ਲੜਨ ਵਾਲੀ ਹੈ, ਉਹਨਾਂ ਦੀ ਫੌਜ ਜਿਹੜੀ ਹੈ ਉਹ ਪ੍ਰੇਮ ਨਾਲ ਲੜਨ ਵਾਲੀ ਹੈ। ਸਾਡੇ ਕੋਲ ਸੂਰਮੇ ਗਿਣਤੀ ਵਿੱਚ ਵੱਧ ਹੋ ਸਕਦੇ ਨੇ, ਪਰ ਲੜਾਈ ਉਹਨਾਂ ਵਰਗੀ ਕਿਸੇ ਨਹੀਂ ਕਰਦੀ। ਸਾਡੀ ਵੱਡੀ ਫੌਜ ਨੇ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਣਾ ਹੈ। ਲੱਖੋਂ ਨਮਰ ਹੋਏ ਨਰ ਪਾਏ, ਕਿਉਂਕਿ ਸਤਿਗੁਰਾਂ ਨੂੰ ਲੱਖਾਂ ਲੋਕ ਮੱਥਾ ਹੀ ਟੇਕਦੇ ਨੇ। ਸਾਡੇ ਕੋਲ ਲੱਖਾਂ ਫੌਜ ਨਹੀਂ ਹੈਗੀ, ਉਹਨਾਂ ਨੂੰ ਲੱਖਾਂ ਲੋਕ ਆ ਕੇ ਨਮਸਕਾਰ ਕਰਦੇ ਹਨ। ਆਦ ਹੈ ਅਰਪੈ ਅਨੰਤ ਉਪਾਏ, ਸਤਿਗੁਰਾਂ ਦੇ ਕੋਲ ਕਈ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਸੰਗਤਾਂ ਆਉਂਦੀਆਂ ਹਨ। ਸ਼੍ਰੀ ਨਾਨਕ ਕੀ ਗਾਦੀ ਸਾਧ, ਪਰ ਗੁਰਮੁਖੋ ਗੱਲ ਇਹ ਵੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਈ ਆਮ ਇਨਸਾਨ ਨਹੀਂ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੁਰਤਾ ਗੱਦੀ ਤੇ ਬੈਠੇ। ਵਜ਼ੀਰ ਜਿਹੜਾ ਸਲਾਹ ਚੰਗੀ ਦਿੰਦਾ ਪਿਆ ਵੀ ਉਹ ਗੁਰਤਾ ਗੱਦੀ ਦੇ ਮਾਲਕ ਨੇ, ਇਸ ਵੇਲੇ ਸ਼ਕਤੀਸ਼ਾਲੀ ਨੇ, ਉਹਨਾਂ ਕੋਲ ਤਾਕਤਾਂ ਹਨ। ਸੰਸਰਤਾ ਹੋਏ ਗਿਰਨਾਥ, ਸਤਿਗੁਰਾਂ ਦੇ ਨਾਲ ਸਾਡੀ ਸਮਤਾ ਨਹੀਂ ਹੋਣੀ। ਜੇ ਆਪਾਂ ਬਰਾਬਰੀ ਕਰਨਾ ਚਾਹੀਏ ਤੇ ਬਰਾਬਰੀ ਨਹੀਂ ਹੈਗੀ ਗੁਰੂ ਦੇ ਨਾਲ। ਇੱਕ ਤੇ ਉਹ ਗੁਰਤਾ ਗੱਦੀ ਦੇ ਮਾਲਕ ਨੇ, ਗੁਰੂ ਨੇ, ਤੇ ਦੂਜੀ ਗੱਲ ਉਹਨਾਂ ਦੇ ਸੂਰਮੇ ਬੜੇ ਨਿਡਰ ਹਨ। ਆਨੰਦਪੁਰ ਤੇ 100 ਗ੍ਰਾਮ, ਤੇ ਦੂਜੀ ਗੱਲ ਇਹ ਹੈ ਅਨੰਦਪੁਰ ਸਾਹਿਬ ਤੋਂ 100 ਗੁਣਾ ਮਹਾਰਾਜ ਦੇ ਕੋਲ ਫੌਜ ਵੱਧ ਗਈ ਹੈ। ਜੇ ਮੰਨ ਲਓ ਉੱਥੇ 1000 ਸੀ ਤੇ ਇੱਥੇ ਲਾਠੀ ਮੰਨ ਕੇ ਚਲੋ ਵੀ ਇੰਨੀ ਵੱਡੀ ਫੌਜ ਮਹਾਰਾਜ ਨੇ ਬਣਾ ਲਈ ਹੈ। ਦਲ ਪ੍ਰਤਾਪ ਵਾਢੇ ਵਰਤ ਘਰਾਂ, ਸਤਿਗੁਰਾਂ ਦੇ ਸੂਰਮਿਆਂ ਦਾ ਬਹੁਤ ਜ਼ਿਆਦਾ ਦਲ ਵਧਿਆ ਹੈ। ਸੁਰਟ ਸ਼ਸਤਰ ਜੋਤ ਜਿਤ ਕਿਤ ਖੜੇ, ਮਹਾਰਾਜ ਦੇ ਸੂਰਮੇ ਸ਼ਸਤਰਾਂ ਸਵੇ ਜਿੱਥੇ ਕਿਤੇ ਖਲੋਤੇ ਹਨ। ਤੁਰੰਗਮ ਗਾਨ ਪਾਲ ਭਰੇ, ਇਹ ਮਹਾਰਾਜ ਦੀਆਂ ਦੇ ਘੋੜੇ ਜਿਹੜੇ ਨੇ ਉਹ ਵੀ ਬੜੇ ਬਲ ਵਾਲੇ ਤਕੜੇ ਵੇਖ ਕੇ ਆਇਆ। ਸਾਡੇ ਘੋੜੇ ਵੀ ਵਿਚਾਲੇ ਮਰੇੜੇ ਮਾਰੇ ਬਹੁਤੇ ਤਗੜੇ ਨੇ, ਪਰ ਮਹਾਰਾਜ ਦੇ ਸੂਰਮਿਆਂ ਦੇ ਘੋੜੇ ਵੀ ਤਗੜੇ ਤੇ ਉਹ ਆਪ ਵੀ ਤਗੜੇ। ਇਹ ਵਜ਼ੀਰ ਦੱਸਦਾ ਪਿਆ ਮਹਾਰਾਜ ਦਾ ਬਲ। ਹੁਣ ਇਹ ਕੀ ਸਲਾਹ ਦੇਵੇਗਾ ਆਪਣੇ ਰਾਜੇ ਨੂੰ ਵਿਆਹ ਕਰਨ ਵਾਸਤੇ, ਤੇ ਜਿਹੜੀ ਇਹਨੇ ਸਲਾਹ ਦੇਣੀ ਹੈ ਹੋ ਸਕਦਾ ਮਹਾਰਾਜ ਉਹ ਮੰਨ ਲੈ। ਮਹਾਰਾਜ ਕਿਹੜੀ ਕਿਹੜੀ ਵਚਨ ਮੰਨਣਗੇ ਤੇ ਕਿਹੜੇ ਵਚਨਾਂ ਤੋਂ ਅੱਗੋਂ ਰੋਕ ਲਾਉਣਗੇ, ਇਹ ਆਪਾਂ ਕੱਲ ਦੇ ਦੀਵਾਨ ਤੇ ਸਰਵਣ ਕਰਾਂਗੇ। ਲੇਖਾ ਕਥਾ ਨ ਛੁੱਟੀ ਹੈ, ਆਰ ਬਖਸ਼ਦਾ